सत श्री अकाल, स्वागत है। गौरव शुक्ला मैं हाँ तुहाडे नाल हाज़र हाँ खबरां दा प्राइम टाइम लैके। ते प्राइम टाइम दे विच अज गल तरीके दी ते टीचे दी। कई बार टीचा तां ठीक हुंदा है पर तरीके नूं लैके सवाल चुके जांदे ने ते कई बार तरीका अजिहा हो जांदा है कि कईयां नूं परेशानी दे विच भी पा दिंदा है। जी हाँ, अज गल असीं करांगे किसान जथेबंदियां दे वल्लों किते गए रेल रोको प्रदर्शन दी। खबर की है? खबर है कि पंजाब दे विच 14 थावां दे उत्ते रेलां रोकियां गईयां, बेशक 3 घंटे दे लई ही, पर लोकां नूं परेशानी बहुत झलनी पई। चर्चा अज क्यों हो रही है? चर्चा इसलिए क्योंकि लोकां नूं होई परेशानी दे नाल नाल सवाल यह भी है कि पंजाब दे विच रेलां रोक के कि दिल्ली दी केंद्र दी सरकार तक अपनियां मंगां अपनी गल पहुंचाउण दे विच किसान जथेबंदियां कामयाब हो रहीआं ने या होईआं ने, या यह तरीका ही है अपनी गल कहण दा कि बाकी इहो तरीका बाकी रह गया अपनी गल पहुंचाउण दा सरकार तक। सवाल सरकारां नूं भी, चाहे वह पंजाब सरकार होवे केंद्र दी सरकार होवे, सरकार नूं भी सवाल है कि किसानां दीयां मंगां वाले पासे कि गौर नहीं हो रहा। क्यों बार-बार धरना प्रदर्शन, कदे सड़क दे उत्ते कदे रेलवे ट्रैक दे उत्ते, ठंड दे माहौल दे विच, बारिश दे माहौल दे विच। सवाल यह भी है कि आखिर इन्हां धरनियां दे नाल फर्क किस नूं पै रिहा है। तां अज गल होवेगी किन्ना कारगर धरनियां वाला है ट्रैक। ਤਾਂ सवाल इस करके है, सवाल इस करके क्योंकि जिस तरीके नाल धरने प्रदर्शन वक्-वक् थावां दे उत्ते होए हैं, करीब 14 थावां दे उत्ते पंजाब भर दे विच धरने प्रदर्शन किए गए, ते सवाल इस करके उठिया कि लोकां नूं परेशानी हुई। 3 ਤੋਂ 4 घंटिਆਂ तक ट्रेनां रुकियां रहियां ते सब दे विचाले मुसाफर, ਉਹ ਚਾਹੇ पंजाब दे होण या पंजाब तो बाहरों आए होण, उन्हां नूं परेशानी झलनी पई। अज गलबात इस दे उत्ते करांगे। शुरुआत करना मैं एक छोटी जी रिपोर्ट दे नाल। ਇਹ ਤਸਵੀਰਾਂ ਨੇ ਪੰਜਾਬ ਦੀਆਂ ਵੱਖ-ਵੱਖ ਜਗ੍ਹਾਵਾਂ ਦੀਆਂ ਰੇਲ ਪਟੜੀਆਂ ਦੀਆਂ। ਕਿਸਾਨਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਪੰਜਾਬ ਭਰ ਦੇ ਵਿੱਚ ਮੋਰਚਾ ਖੋਲ੍ਹਿਆ ਤੇ ਰੁੱਖ ਕੀਤਾ ਰੇਲਵੇ ਸਟੇਸ਼ਨਾਂ ਦਾ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਅਗਵਾਈ 'ਚ ਰੇਲਵੇ ਟਰੈਕ ਜਾਮ ਕਰ ਦਿੱਤੇ ਗਏ ਤੇ ਰੇਲ ਆਵਾਜਾਈ ਪੂਰੀ ਤਰ੍ਹਾਂ ਠੱਪ ਕਰ ਦਿੱਤੀ। 1 ਵਜੇ ਤੋਂ ਲੈ ਕੇ 4 ਵਜੇ ਤੱਕ ਰੇਲਾਂ ਦਾ ਚੱਕਾ ਜਾਮ ਰਿਹਾ ਤੇ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕਰਦੇ ਹੋਏ किसानी मंगां दे हल दी मंग की गई। रेलां जाम करना सवाल नहीं है, 1 महीना पहलों ऐलान किया है। 3 घंटे का संबोलक ते बहुत थोड़ा समा सी भी साडे मंगां मसले हल किए जाण। ਉਹਦੇ ਵਿੱਚ ਅਸੀਂ ਲਖੀਮਪੁਰ ਖੀਰੀ ਵਾਲਾ ਮੁੱਦਾ ਜਿਹੜਾ ਉਹ ਸੈਂਟਰ ਨੂੰ ਯਾਦ ਕਰਾ ਰਹੇ ਵੀ ਆਸ਼ੀਸ਼ ਮਿਸ਼ਰਾ ਨੂੰ ਛੱਡਣਾ, ਇਹ ਪੂਰੇ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਤੇ ਇਨਸਾਫ ਪਸੰਦ ਲੋਕਾਂ ਦਾ ਜਿਹੜਾ ਵਾ ਉਹਦੇ ਨਾਲ ਧਰੋ ਕਰਾਉਣਾ ਵਾ ਵੀ ਉਹਨਾਂ ਦੇ ਬਹੁਤ ਗੰਭੀਰ ਇਲਜ਼ਾਮ ਹੈਗੇ ਆ। ਇਹਦੇ ਨਾਲ ਐਮਐਸਪੀ ਗਰੰਟੀ ਕਾਨੂੰਨ ਤਾਂ ਉਹਨਾਂ ਦੀ ਚਿੱਠੀ ਸਾਡੇ ਕੋਲ ਪਈ ਹੋਈ ਆ ਵੀ ਅਸੀਂ ਬਣਾ ਕੇ ਦੇਵਾਂਗੇ, ਔਰ ਦਿੱਲੀ ਤੇ ਬਾਹਰ ਦੇ ਕਿਸਾਨਾਂ ਤੋਂ ਕੇਸ ਵਾਪਸ ਲਾਂਗੇ। ਤਾਂ ਇਹ ਮੰਗਾਂ ਅਸੀਂ ਕੇਂਦਰ ਨਾਲ। ਕਿਸਾਨਾਂ ਦਾ ਪ੍ਰਦਰਸ਼ਨ ਮੁਸਾਫਰਾਂ ਦੇ ਲਈ ਸਮੱਸਿਆ ਦਾ ਸਬਬ ਬਣਿਆ। ਲੋਕ ਟ੍ਰੇਨ ਦੇ ਸਮੇਂ ਮੁਤਾਬਿਕ ਰੇਲਵੇ ਸਟੇਸ਼ਨ ਤੇ ਪਹੁੰਚੇ ਪਰ ਰੇਲਾਂ ਦਾ ਚੱਕਾ ਜਾਮ ਹੋਣ ਦੇ ਕਾਰਨ ਮੁਸਾਫਰਾਂ ਦੀ ਪਰੇਸ਼ਾਨੀ ਵਧੀ ਤੇ ਜਿਵੇਂ ਹੀ 4 ਵਜੇ ਕਿਸਾਨਾਂ ਨੇ ਰੇਲਵੇ ਟਰੈਕ ਖਾਲੀ ਕਰਨੇ ਸ਼ੁਰੂ ਕੀਤੇ ਤੇ ਕੁਝ ਦੇਰ ਬਾਅਦ ਹੀ ਟ੍ਰੇਨ ਸੇਵਾ ਬਹਾਲ ਹੋਈ ਤਾਂ ਲੋਕਾਂ ਨੇ ਵੀ ਸੁੱਖ ਦਾ ਸਾਹ ਲਿਆ। ट्रेन ਤੇ ਜਾਣਾ ਸੀ, ਜਗਰਾਉਂ ਜਾਣਾ ਸੀ ਅਸੀਂ ਵੀ, ਔਰ ਧਰਨਾ ਲੱਗਿਆ, ਕਾਫੀ ਮੁਸ਼ਕਿਲ ਪੇਸ਼ ਆ ਰਹੀ ਹੈ ਤੇ ਇਸ ਲਈ ਹੁਣ ਬੱਸ ਤੇ ਜਾਣਾ ਪੈਣਾ, ਬਹੁਤ ਔਖਾ ਹੋਊਗਾ। ਤੇ ਅਸੀਂ ਕਿਹਾ ਚੱਲ ਸਿੱਧੇ ਖੱਜਲ ਖੁਆਰੀ ਨਹੀਂ ਹੋਊਗੀ ਤੇ ਚਲੇ ਜਾਵਾਂਗੇ, ਪਰ ਹੁਣ ਬਹੁਤ ਔਖਾ ਵਾ। ਦਿੱਕਤ ਇਹ ਹੈ ਕਿ ਅੱਗੇ ਕਿਸਾਨਾਂ ਨੇ ਧਰਨਾ ਲਗਾਇਆ ਹੋਇਆ ਤੇ ਉਸੇ ਕਰਕੇ ਪ੍ਰੋਬਲਮ ਆ ਰਹੀ ਹੈ ਕਿ ਟ੍ਰੇਨ ਅੱਗੇ ਨਹੀਂ ਜਾਣੀ। ਬਹੁਤ ਪਰੇਸ਼ਾਨ ਹੋ ਗਏ, ਅੱਗੇ ਕੋਈ ਸਾਧਨ ਮਿਲ ਨਹੀਂ ਰਿਹਾ। ਆਖਿਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀਆਂ ਮੁੱਖ ਮੰਗਾਂ ਕੀ ਨੇ, ਤੁਹਾਨੂੰ ਇਸ ਤੋਂ ਵੀ ਵਾਕਿਫ ਕਰਵਾ ਦਿੰਦੇ ਹਾਂ। ਕਿਸਾਨਾਂ ਦੀ ਮੰਗ ਹੈ ਕਿ ਫਸਲਾਂ ਤੇ ਐਮਐਸਪੀ ਦੀ ਗਰੰਟੀ ਦਿੱਤੀ ਜਾਵੇ, ਗੰਨੇ ਦਾ ਰੇਟ 500 ਰੁਪਏ ਪ੍ਰਤੀ ਕੁਇੰਟਲ ਕੀਤਾ ਜਾਵੇ, ਅੰਦੋਲਨ ਦੇ ਵਿੱਚ ਜਾਨ ਗਵਾਉਣ ਵਾਲੇ ਕਿਸਾਨਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ, ਮ੍ਰਿਤਕ ਕਿਸਾਨਾਂ ਦੇ ਪਰਿਵਾਰਾਂ ਨੂੰ ਨੌਕਰੀ, ਦਿੱਲੀ ਅੰਦੋਲਨ ਦੇ ਦੌਰਾਨ ਕਿਸਾਨਾਂ ਤੇ ਦਰਜ ਕੇਸ ਰੱਦ ਕੀਤੇ ਜਾਣ, ਭਾਰਤਮਾਲਾ ਪ੍ਰੋਜੈਕਟ ਦੇ ਵਿੱਚ ਆ ਰਹੀਆਂ ਜ਼ਮੀਨਾਂ ਦਾ ਯੋਗ ਮੁਆਵਜ਼ਾ ਦਿੱਤਾ ਜਾਵੇ, ਲਖੀਮਪੁਰ ਖੀਰੀ ਦੇ ਮੁਲਜ਼ਮਾਂ ਨੂੰ ਸਖਤ ਸਜ਼ਾ ਦਿੱਤੀ ਜਾਵੇ ਤੇ ਬਿਜਲੀ ਸੋਧ ਬਿੱਲ ਵਾਪਸ ਲਏ ਜਾਣ।
ਕਿਸਾਨ ਆਪਣੀਆਂ ਮੰਗਾਂ ਸਰਕਾਰ ਤੱਕ ਪਹੁੰਚਾ ਰਹੇ ਨੇ। ਹੱਲ ਕਦੋਂ ਹੁੰਦਾ ਹੈ ਇਹ ਤਾਂ ਅਜੇ ਸਵਾਲ ਹੈ, ਪਰ ਅਜਿਹੇ ਪ੍ਰਦਰਸ਼ਨਾਂ ਦੇ ਕਾਰਨ ਆਮ ਲੋਕ ਪਰੇਸ਼ਾਨ ਹੋਣ, ਆਵਾਜਾਈ ਠੱਪ ਹੋ ਜਾਵੇ, ਅਜਿਹਾ ਨਾ ਹੋਵੇ, ਇਸ ਤੇ ਵੀ ਗੌਰ ਕਰਨ ਦੀ ਲੋੜ ਹੈ। ਬਿਊਰੋ ਰਿਪੋਰਟ, ਨਿਊਜ਼ 18 ਪੰਜਾਬ। ਤਾਂ ਇਸ ਦੇ ਉੱਤੇ ਗੱਲਬਾਤ ਹੋਵੇਗੀ। ਦੋਵੇਂ ਧਿਰਾਂ ਨੂੰ ਸਵਾਲ ਕਰਾਂਗੇ। ਇੱਕ ਪਾਸੇ ਸਰਕਾਰ ਦੇ ਨੁਮਾਇੰਦੇ ਹੋਣਗੇ ਤੇ ਦੂਜੇ ਪਾਸੇ ਕਿਸਾਨ ਜਥੇਬੰਦੀਆਂ ਦੇ ਨੁਮਾਇੰਦੇ। ਸਵਾਲ ਇਹ ਹੈ ਕਿ ਜੇਕਰ ਲੋਕ ਖੱਜਲ ਖੁਆਰ ਹੋ ਰਹੇ ਨੇ, ਜਵਾਬਦੇਹੀ ਕਿਸ ਦੀ ਹੈ? ਕਿ ਸਿਰਫ ਕਿਸਾਨਾਂ ਤੱਕ ਇਹ ਸੀਮਿਤ ਹੈ ਜਾਂ ਫਿਰ ਸਰਕਾਰਾਂ ਦੀ ਵੀ ਜਵਾਬਦੇਹੀ ਬਣਦੀ ਹੈ ਕਿ ਜੋ ਲੋਕ ਪੰਜਾਬ ਆਏ ਨੇ ਜਾਂ ਪੰਜਾਬ ਦੇ ਵਿੱਚ ਵਿਚਰ ਰਹੇ ਨੇ ਜਾਂ ਪੰਜਾਬ ਤੋਂ ਕਿਤੇ ਹੋਰ ਜਾ ਰਹੇ ਨੇ, ਉਹ ਚਾਹੇ ਰੋਡ ਦੇ ਜ਼ਰੀਏ ਜਾ ਰਹੇ ਹੋਣ, ਸੜਕ ਮਾਰਗ ਦੇ ਜ਼ਰੀਏ ਜਾਂ ਫਿਰ ਰੇਲਵੇ ਦੇ ਜ਼ਰੀਏ, ਤਾਂ ਜੇ ਉਹ ਪਰੇਸ਼ਾਨ ਹੋ ਰਹੇ ਨੇ 3-3 4-4 ਘੰਟਿਆਂ ਤੱਕ ਉਹਨਾਂ ਨੂੰ ਇੰਤਜ਼ਾਰ ਕਰਨਾ ਪੈ ਰਿਹਾ ਹੈ, ਜਵਾਬਦੇਹੀ ਕਿਸੇ ਦੀ ਤਾਂ ਹੋਏਗੀ। ਸਰਕਾਰਾਂ ਦੀ, ਕਿਸਾਨਾਂ ਦੀ, ਕਿਸੇ ਦੀ, ਪ੍ਰਸ਼ਾਸਨ ਦੀ, ਕਿਸੇ ਦੀ ਤਾਂ ਹੋਏਗੀ। ਅੱਜ ਉਸ ਦੇ ਉੱਤੇ ਹੀ ਗੱਲਬਾਤ ਕਰਾਂਗੇ। ਬਹੁਤ ਸਾਰੇ ਸਵਾਲ ਨੇ, ਨਾਲ ਨਾਲ ਉਹਨਾਂ ਦਾ ਵੀ ਜ਼ਿਕਰ ਹੋਏਗਾ। ਸ਼ੁਰੂਆਤ ਕਰਦਾ ਮੈਂ ਸਭ ਤੋਂ ਪਹਿਲਾਂ ਤੁਹਾਡਾ ਤਾਰੁਫ ਕਰਵਾਉਣਾ ਅੱਜ ਦੇ ਮਹਿਮਾਨਾਂ ਦੇ ਨਾਲ ਜਿਹੜੇ ਸਾਡੇ ਨਾਲ ਚਰਚਾ ਦੇ ਵਿੱਚ ਸ਼ਾਮਲ ਹੋ ਰਹੇ ਨੇ। ਸਾਡੇ ਨਾਲ ਜੁੜ ਰਹੇ ਨੇ, ਰਿਪਰੈਜ਼ੈਂਟ ਕਰਨਗੇ ਆਮ ਆਦਮੀ ਪਾਰਟੀ ਨੂੰ। ਸਰਕਾਰ ਹੈ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ, ਇਸ ਕਰਕੇ ਲਾਜ਼ਮੀ ਤੌਰ ਤੇ ਸਵਾਲ ਉਹਨਾਂ ਤੋਂ ਹੋਣਗੇ। ਸਾਡੇ ਨਾਲ ਕੁਲਦੀਪ ਢਾਲੀਵਾਲ ਜੀ ਜੁੜ ਰਹੇ ਨੇ, ਭਾਰਤੀ ਜਨਤਾ ਪਾਰਟੀ ਨੂੰ ਰਿਪਰੈਜ਼ੈਂਟ ਕਰਨਗੇ। ਕੇਂਦਰ ਦੇ ਵਿੱਚ ਬੀਜੇਪੀ ਦੀ, ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ, ਸਵਾਲ ਉਹਨਾਂ ਨੂੰ ਵੀ ਲਾਜ਼ਮੀ ਤੌਰ ਤੇ ਸਾਡੇ ਨਾਲ ਸਰਵਨ ਸਿੰਘ ਪੰਧੇਰ ਜੀ ਜੁੜ ਰਹੇ ਨੇ, ਕਿਸਾਨ ਆਗੂ ਨੇ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੂੰ ਰਿਪਰੈਜ਼ੈਂਟ ਕਰਦੇ ਨੇ, ਜਿਨ੍ਹਾਂ ਦੇ ਵੱਲੋਂ ਧਰਨਾ ਪ੍ਰਦਰਸ਼ਨ ਅੱਜ ਵੱਖ-ਵੱਖ ਥਾਵਾਂ ਦੇ ਉੱਤੇ ਰੇਲ ਰੋਕੋ ਪ੍ਰਦਰਸ਼ਨ ਕੀਤੇ ਗਏ ਨੇ। ਬਹੁਤ-ਬਹੁਤ ਸਵਾਗਤ ਹੈ ਬਾਬ ਗਰੇਵਾਲ ਜੀ ਤੁਹਾਡਾ ਵੀ, ਢਾਲੀਵਾਲ ਸਾਹਿਬ ਤੁਹਾਡਾ ਵੀ ਤੇ ਪੰਧੇਰ ਸਾਹਿਬ ਤੁਹਾਡਾ ਵੀ। ਪੰਧੇਰ ਸਾਹਿਬ, ਮੇਰੀ ਆਵਾਜ਼ ਤੁਹਾਡੇ ਤੱਕ ਪਹੁੰਚ ਰਹੀ ਹੋਏਗੀ ਉਮੀਦ ਕਰਦਾ ਹਾਂ, ਤੇ ਮੈਂ ਸ਼ੁਰੂਆਤ ਤੁਹਾਡੇ ਤੋਂ ਹੀ ਅੱਜ ਕਰਨ ਜਾ ਰਿਹਾ ਹਾਂ। ਸਵਾਲ ਸਭ ਤੋਂ ਪਹਿਲਾਂ ਹੀ ਲੋਕ ਜਾਣਨਾ ਚਾਹੁੰਦੇ ਨੇ ਕਿ ਧਰਨੇ ਪ੍ਰਦਰਸ਼ਨ ਹੀ ਆਪਣੀ ਗੱਲ ਨੂੰ ਮਨਵਾਉਣ ਦਾ ਜਾਂ ਫਿਰ ਆਪਣੀ ਗੱਲ ਨੂੰ ਸਰਕਾਰ ਤੱਕ ਪਹੁੰਚਾਉਣ ਦਾ ਤਰੀਕਾ ਬਾਕੀ ਹੈ, ਬਾਕੀ ਕੋਈ ਹਿੱਲਾ ਵਸੀਲਾ ਨਹੀਂ ਹੈ ਜਿਸ ਦੇ ਜ਼ਰੀਏ ਆਪਣੀ ਗੱਲ ਰੱਖੀ ਜਾ ਸਕੇ। ਹਾਂਜੀ, ਦੇਖੋ ਤੁਹਾਡਾ ਸਵਾਲ ਵਾਜਬ ਆ। ਅਸੀਂ ਇਸ ਕਰਕੇ ਹੀ ਪਹਿਲੋਂ ਲਗਭਗ 51 ਦਿਨ ਡੀਸੀ ਦਫ਼ਤਰਾਂ ਤੇ ਧਰਨੇ ਲਾਏ। ਜਦੋਂ ਤੁਹਾਨੂੰ ਪਤਾ ਹੋਊਗਾ ਡੱਲੇਵਾਲ ਸਾਹਿਬ ਨੇ ਸੜਕਾਂ ਤੇ ਪ੍ਰਦਰਸ਼ਨ ਕੀਤਾ ਸੀ ਤੇ ਮੁੱਖ ਮੰਤਰੀ ਨੇ ਬਿਆਨ ਦਿੱਤਾ ਸੀ ਵੀ ਵੱਖ-ਵੱਖ ਜਥੇਬੰਦੀਆਂ ਨੇ ਅੱਡ-ਅੱਡ ਧਰਨੇ ਲਾ ਲੈਂਦੇ ਨੇ, ਇਹ ਫੰਡਾਂ ਕਰਕੇ ਧਰਨੇ ਲਾਉਂਦੇ ਨੇ। ਠੀਕ ਆ, ਬੜਾ ਕੁਝ ਸਾਹਮਣੇ ਆਇਆ ਸੀਗਾ। ਤੋ ਇਹ ਡੀਸੀਆਂ ਗਾੜੀ ਧਰਨੇ ਲਾ ਲਿਆ ਕਰਨ, ਸਾਡੇ ਮੰਤਰੀਆਂ ਦੇ ਘੜਾ-ਘੜ ਧਰਨਾ। ਠੀਕ ਆ ਜੀ, ਤੇ ਆਪਾਂ 51 ਦਿਨ, ਤੁਹਾਨੂੰ ਵੀ ਪਤਾ ਨਿਊਜ਼ 18 ਨੂੰ, ਵੀ ਅਸੀਂ 51 ਦਿਨ ਡੀਸੀ ਦਫ਼ਤਰਾਂ ਤੇ ਬੈਠੇ ਆ, 1 ਮਹੀਨਾ ਟੋਲ ਫਰੀ ਰੱਖੇ ਆ। ਉਹ ਤਰੀਕੇਕਾਰ ਸੀਗਾ ਵੀ ਆਪਣੀ ਗੱਲ ਮਨਵਾਉਣੀ ਆ, ਆਪਣੀ ਗੱਲ ਨੂੰ ਕਹਿਣ ਦਾ ਇੱਕ ਸੌਖਾ ਢੰਗ ਆ। ਫਿਰ 26 ਜਨਵਰੀ ਨੂੰ ਵੱਡੇ ਇਕੱਠ ਵੀ ਕਿਸਾਨਾਂ ਨੇ ਥਰੂ ਆਊਟ ਪੂਰੇ ਪੰਜਾਬ ਤੇ ਦੇਸ਼ 'ਚ ਵੀ ਕੀਤੇ ਹੈਗੇ ਆ, ਉਹ ਵੀ ਤਰੀਕਾ ਵਿਖਾ ਲਿਆ। ਮੈਨੂੰ ਨਹੀਂ ਲੱਗਦਾ ਜੇ ਕੋਈ ਤੁਹਾਡੇ ਕੋਲ ਸਰਕਾਰ ਦੀ ਇਨਫੋਰਮੇਸ਼ਨ ਹੈਗੀ ਵੀ ਸਾਡੀ ਕਿਹੜੀ ਮੰਗ ਤੇ, ਸਾਡੇ ਕਿਹੜੀ ਗੱਲ ਤੇ ਉਹਨਾਂ ਨੇ ਇੰਪਲੀਮੈਂਟੇਸ਼ਨ ਕਰਕੇ ਉਹ ਲਾਗੂ ਕਰ ਦਿੱਤੀ ਹੈ। ਕੱਲੇ ਪੰਜਾਬ ਨਾਲ ਸੀ ਗਿਆ, ਕੇਂਦਰ ਨਾਲ ਵੀ ਸਾਡੀਆਂ ਮੰਗਾਂ ਜੁੜੀਆਂ ਹੋ ਗਈਆਂ। ਅੱਜ ਤਾਂ ਤੁਸੀਂ ਲਗਭਗ ਸਾਨੂੰ 2 ਸਾਲ ਹੋ ਗਏ ਆ। 29 ਫਰਵਰੀ 2021 ਨੂੰ ਪੈਟਰੋਲ ਬੰਬਾਂ ਦੀਆਂ ਵੀਡੀਓ ਵੀ ਸਾਥੋਂ ਹੈਗੀਆਂ, ਸਬੂਤ ਵੀ ਆ। ਠੀਕ ਆ, ਇੱਟੇ ਵੱਟੇ ਡਾਂਗਾ ਨਾਲ ਸਾਡੇ ਤੇ ਹਮਲਾ ਹੋਇਆ, ਸਾਡੇ ਬੰਦੇ ਫੱਟੜਿਆ, ਉਹਨਾਂ ਦੇ ਦਿੱਲੀ ਹਸਪਤਾਲ ਦੇ ਵਿੱਚ ਮਲਾਜੇ ਵੀ ਹੈਗੇ ਆ। ਠੀਕ ਆ, ਅਮਨ ਡਬਾਸ ਤੇ ਪ੍ਰਦੀਪ ਖੱਤਰੀ ਦੀਆਂ ਵੀਡੀਓ ਵੀ ਹੈਗੀਆਂ। ਕੋਈ ਕਾਰਵਾਈ ਨਹੀਂ ਸਾਡੇ ਖਿਲਾਫ, ਉਲਟਾ 307 ਦੇ ਪਰਚੇ ਅਲੀਪੁਰ ਥਾਣੇ 'ਚ ਹੈਗੇ ਆ। ਹੁਣ ਉਹ ਦਿਨ ਸੀਗਾ, ਉਸ ਦਿਨ ਨੂੰ ਸਿੰਬੋਲਿਕ ਬਣਾ ਕੇ ਅਸੀਂ ਇਹਦੂਗਾ ਕੇਂਦਰ ਕੋ MSP ਗਰੰਟੀ ਕਾਨੂੰਨ ਦਾ ਮਸਲਾ ਸੀਗਾ, ਲਖੀਮਪੁਰ ਖੀਰੀ ਦਾ, ਐਵੇਂ ਪੰਜਾਬ ਵਾਲੀਆਂ ਵੀ ਸੀਗੀਆਂ। ਠੀਕ ਆ, ਮੰਗਾ ਤੋ ਸਵਾਲ ਸੀਗਾ ਵੀ ਜਦੋਂ ਕੋਈ ਸੁਣਦਾ ਨਹੀਂ ਹੈਗਾ। ਠੀਕ ਆ, ਤੁਸੀਂ ਕਿਹਾ ਵੀ ਲੋਕਾਂ ਨੂੰ ਸਮੱਸਿਆ ਆਈ ਆ, ਅਸੀਂ ਵੀ ਕਹਿੰਦੇ ਵੀ ਆਈ ਹੋ, ਸਾਡੇ ਭੈਣ ਭਰਾ ਵਾ, ਪਰ ਸਾਡੀ ਤਾਂ ਸਮੱਸਿਆ ਨਹੀਂ ਨਾ। ਸਾਡੀ ਤਾਂ ਹੈਗੀ ਵੀ ਸਾਡੇ ਤਾਂ ਕਿਸਾਨ ਖੁਦਕੁਸ਼ੀਆਂ ਕਰ ਰਹੇ ਕਰਜ਼ੇ ਕਰਕੇ। ਇੱਕ ਘਰ ਦੇ ਵਿੱਚ 4 ਵਿਧਵਾਵਾਂ ਨੇ, ਸਾਡੀ ਤਾਂ ਜ਼ਿੰਦਗੀ ਦਾਅ ਤੇ ਲੱਗੀ ਹੋਈ ਆ। ਠੀਕ ਆ, ਨਸ਼ੇ ਵਾਲੇ ਮੁੱਦੇ ਤੇ ਰੋਜ਼ ਨੌਜਵਾਨ ਮਰ ਰਹੇ ਨੇ, ਸਾਡੇ ਘਰਾਂ ਵਿੱਚ 70 ਵਿਖ ਰਹੇ ਹੈਗੇ ਆ। ਸਾਡਾ ਗੰਨੇ ਦਾ ਬਕਾਇਆ ਵਾ 45 ਦਿਨ ਹੋ ਗਏ, ਅਸੀਂ ਆਪਣੀ ਚੀਜ਼ ਦਾ ਪੈਸਾ ਲੈਣਾ ਵਾ, ਸਾਨੂੰ ਉਹ ਨਹੀਂ ਕੋਈ ਦੇ ਰਿਹਾ ਹੈਗਾ। ਸਾਡੀ ਭਾਰਤਮਾਲਾ ਯੋਜਨਾ ਤਹਿਤ ਸੜਕਾਂ ਨਿਕਲ ਰਹੀਆਂ ਔਰ ਜ਼ਮੀਨ ਸਾਡੀ ਜਾਣੀ ਆ, ਅਸੀਂ ਵੇਚਣ ਵਾਲੀ ਧਿਰਾਂ, ਸਾਨੂੰ ਉਹਦਾ ਯੋਗ ਮੁਆਵਜ਼ਾ ਨਹੀਂ ਦਿੱਤਾ ਜਾ ਰਿਹਾ। ਪ੍ਰਸ਼ਾਸਨ ਧੱਕੇ ਨਾਲ ਕਬਜ਼ਾ ਲੈ ਰਿਹਾ। ਕਿਸਾਨੀ ਘਾਟੇਮੰਦਾ ਕਿੱਤਾ ਵਾ, ਸਾਰੀਆਂ ਸਰਕਾਰਾਂ ਮੰਨ ਚੁੱਕੀਆਂ ਵਾ।
ਇਹ ਕਮਿਸ਼ਨਾਂ ਦੀ ਜੀ। ਰਿਪੋਰਟ ਸਾਰੇ ਕਮਿਸ਼ਨ ਕਹਿੰਦੇ ਆ ਵੀ ਖੇਤੀਬਾੜੀ ਘਾਟੇ ਬੰਦਾ ਚਲੋ ਮੈਂ ਕਿੱਤਾ ਅੱਗੇ ਹੋ ਗਿਆ। ਠੀਕ ਹੈ, ਹੁਣ ਜਦੋਂ ਸਾਡੀ ਇੰਨੀ ਹਾਰ ਪੰਦੇਰ ਸਾਹਿਬ ਅੱਗੇ ਵਧਾ, ਬਾਕੀ ਮਹਿਮਾਨਾਂ ਦਾ ਰੁਕ ਕਰਾਂਗੇ ਕਿਉਂਕਿ ਸਰਕਾਰ ਦੇ ਨੁਮਾਇੰਦੇ ਅਸੀਂ ਆਵਾਜ਼ ਜੁੜੇ ਬਣਾ ਇਸ ਕਰਕੇ ਬਾਕੀ ਪੋਲੀਟੀਕਲ ਪਾਰਟੀਆਂ ਵੀ ਨਹੀਂ, ਤਾਂ ਕਿ ਕੋਈ ਸਿਆਸੀ ਗੱਲ ਬਹੁਤੀ ਨਾ ਹੋਵੇ, ਸਿੱਧੇ ਸਵਾਲ ਜਵਾਬ ਹੋਣ। ਦੇਖੋ ਮੈਂ ਸਵਾਲ ਇਹ ਪੁੱਛ ਰਿਹਾ ਕਿ ਪੰਜਾਬ ਦੇ ਵਿੱਚ ਧਰਨੇ ਲਗਾ ਕੇ ਤੁਸੀਂ ਪਹਿਲਾਂ ਥੋੜਾ ਜਿਹਾ ਕਲੀਅਰ ਕਰੋ ਕਿ ਇਹ ਧਰਨਾ ਜਿਹੜਾ ਵੱਖ-ਵੱਖ ਥਾਵਾਂ ਦੇ ਉੱਤੇ ਰੇਲ ਰੋਕੋ ਪ੍ਰਦਰਸ਼ਨ ਸੀ, ਇਹ ਪੰਜਾਬ ਸਰਕਾਰ ਦੇ ਖਿਲਾਫ ਸੀ ਜਾਂ ਦਿੱਲੀ ਵਾਲਿਆਂ ਦੇ ਖਿਲਾਫ ਸੀ? ਕਿਉਂਕਿ ਜਿਹੜੀਆਂ ਮੰਗਾਂ ਅਸੀਂ ਆਪਣੇ ਦਰਸ਼ਕਾਂ ਤੱਕ ਪਹੁੰਚਾ ਰਹੇ ਹਾਂ ਤੁਹਾਡੀਆਂ, ਉਹ ਲੱਗਦਾ ਤਕਰੀਬਨ ਸਾਰੀਆਂ ਸੈਂਟਰ ਵਾਲੇ ਪਾਸੇ ਨੂੰ ਉਂਗਲ ਕਰਦੀਆਂ ਨੇ। ਹਾਂ, ਵੱਡਾ ਮੰਗਾਂ ਦਾ ਸਾਡਾ ਹਿੱਸਾ ਸੈਂਟਰ ਨਾਲ ਸੀਗਾ। ਅੱਜ ਪੰਜਾਬ ਵਾਲਾ ਬਟਾਲੇ ਵਾਲਾ ਰੇਲ ਰੋਕੋ ਇੱਥੇ ਪੰਜਾਬ ਸਰਕਾਰ ਨਾਲ ਸੀਗਾ। ਠੀਕ ਹੈ, ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕਾ ਵੀ ਅਸੀਂ ਪਹਿਲਾ ਤਰੀਕਾ ਵੀ ਅਪਣਾਇਆ ਹੈਗਾ। ਸਾਥੋਂ ਸਰਕਾਰਾਂ ਅਸੀਂ ਕਹਿੰਦੇ ਕਦੀ ਵੀ ਨਾ, ਨਿਊਜ਼ 18 ਤੇ ਖੁੱਲਾ ਕਹਿੰਦੇ ਆ, ਕਦੀ ਕੋਈ ਧਰਨਾ ਪ੍ਰਦਰਸ਼ਨ ਨਾ ਕਰ ਲੈਣੇ, ਗੱਲ ਕਰਕੇ ਸਾਡੇ ਨਾਲ ਬਹਿ ਕੇ ਨਿਬੇੜ ਦੇਣ ਸਾਡੀਆਂ ਮਸਲਾ। ਸਾਡਾ ਅਣਖ ਦਾ ਸਵਾਲ ਥੋੜਾ ਹੈਗਾ। ਠੀਕ ਹੈ, ਮੈਂ ਤੁਹਾਡੇ ਕੋਲ ਵਾਪਸ ਆਉਣਾ ਸਰ। ਤੁਹਾਡੇ ਕੋਲ ਬਹੁਤ ਸਾਰੇ ਸਵਾਲ ਅੱਜ ਪੁੱਛਣ ਦੀ ਕੋਸ਼ਿਸ਼ ਕਰਾਂਗਾ। ਮੈਂ ਰੁਕ ਕਰਦਾ ਸਾਡੇ ਨਾਲ ਗਰੇਵਾਲ ਸਾਹਿਬ ਨੇ, ਅਹਿਬਾਬ ਗਰੇਵਾਲ ਜੀ। ਗਰੇਵਾਲ ਸਾਹਿਬ, ਮੰਗਾਂ ਦੇ ਉੱਤੇ ਮੈਂ ਜਾਵਾਂ, ਪਰ ਪਹਿਲਾ ਸਵਾਲ ਇਹ ਕਿ ਜਿਹੜੇ ਲੋਕ ਅੱਜ ਰੇਲਵੇ ਟਰੈਕ ਜਾਮ ਹੋਣ ਦੀ ਵਜ੍ਹਾ ਦੇ ਨਾਲ ਪਰੇਸ਼ਾਨ ਹੋਏ, ਕਿ ਸੂਬਾ ਸਰਕਾਰ ਸਮਝਦੀ ਹੈ ਕਿ ਤੁਹਾਡੀ ਵੀ ਕੁਝ ਜ਼ਿੰਮੇਵਾਰੀ ਬਣਦੀ ਹੈ ਕਿ ਜਿਹੜੇ ਲੋਕ ਪੰਜਾਬ ਤੋਂ ਬਾਹਰ ਤੋਂ ਆਏ ਸੀ, ਜਿਹੜਾ ਕੋਈ ਹਰਿਆਣੇ ਤੋਂ ਆਇਆ, ਕੋਈ ਰਾਜਸਥਾਨ ਤੋਂ ਆਇਆ, ਕੋਈ ਉੱਤਰ ਪ੍ਰਦੇਸ਼ ਤੋਂ ਆਇਆ, ਕੋਈ ਦਰਬਾਰ ਸਾਹਿਬ ਨਤਮਸਤਕ ਹੋਣ ਦੇ ਲਈ ਆਇਆ, ਕਿ ਜਾਂ ਕੋਈ ਹੋਰ ਆਪਣੇ ਕਿੱਤੇ ਦੇ ਲਈ ਪੰਜਾਬ ਆਇਆ, ਖੱਜਲ ਖੁਆਰ ਹੁੰਦਾ ਰਿਹਾ, ਕਿਸੇ ਦੀ ਜਵਾਬਦੇਹੀ ਬਣਦੀ ਹੈ? ਕਿਸ ਦੀ ਬਣਦੀ ਹੈ? ਲੋਕ ਜਾਣਨਾ ਚਾਹੁੰਦੇ ਨੇ ਕਿ ਅਸੀਂ ਕਿਹਨੂੰ ਕੋਸ ਲਈਏ। ਹੁਣ ਕਿਸਾਨਾਂ ਨੂੰ ਕਹੀਏ, ਕਿਸਾਨ ਕਹਿੰਦੇ ਨੇ ਕਿ ਅਸੀਂ ਤਾਂ ਮਰ ਰਹੇ ਹਾਂ ਜੀ। ਹੁਣ ਸਰਕਾਰਾਂ ਨੂੰ ਕਹੀਏ, ਸਰਕਾਰ ਕਹਿੰਦੇ ਕਿ ਕਿਸਾਨ ਗੱਲ ਨਹੀਂ ਕਰਦੇ। ਗੌਰਵ ਜੀ ਦੇਖੋ, ਪਹਿਲੀ ਗੱਲ ਜ਼ਿੰਮੇਵਾਰੀ ਤਾਂ ਸਰਕਾਰ ਦੀ ਹੈ, ਬਿਲਕੁਲ ਮੰਨਦੇ ਹਾਂ। ਐਂਡ ਜੋ ਮੰਗਾਂ ਜੋ ਮੈਂ ਸੁਣ ਰਿਹਾ ਤੁਹਾਡੇ ਸਾਰੇ ਇਸ ਪੰਦੇਰ ਸਾਹਿਬ ਨਾਲ ਗੱਲਬਾਤ ਦੇ ਦੌਰਾਨ, ਆਬਵੀਅਸਲੀ ਜ਼ਿਆਦਾ ਸੈਂਟਰਾਂ ਨੇ, ਪਰ ਮੈਂ ਹੁਣ ਇੱਥੇ ਇੱਕ ਗੱਲ ਕਹਿਣੀ ਚਾਹੂੰਗਾ ਕਿ ਦੇਖੋ ਇੱਕ ਬਹੁਤ ਵੱਡਾ ਅੰਦੋਲਨ ਹੋਇਆ। ਉਸ ਕਿਸੇ ਵੀ ਅੰਦੋਲਨ ਦੇ ਦੌਰਾਨ ਬਹੁਤ ਸਾਰੀਆਂ ਘਟਨਾਵਾਂ ਹੁੰਦੀਆਂ ਨੇ, ਕੇਸਿਸ ਪੈਂਦੇ ਆ, ਬਹੁਤ ਕੁਝ ਹੁੰਦਾ, ਕੁਰਬਾਨੀਆਂ ਦਿੱਤੀਆਂ ਜਾਂਦੀਆਂ। ਉਹ ਦੇਖ ਕੇ ਆਪਣੇ ਕਿਸਾਨ ਵੀਰ ਜਿੱਤ ਕੇ ਆਏ। 26 ਜਨਵਰੀ ਨੂੰ ਇੱਕ ਗੇਮ ਕੀਤੀ ਗਈ ਜਿਹਦੇ 'ਚ ਕਿਸਾਨਾਂ ਨੂੰ ਡਿਸਕ੍ਰੈਡਿਟ ਕਰਨ ਦੀ ਕੋਸ਼ਿਸ਼ ਕੀਤੀ ਗਈ। ਭਲਾ ਹੋਵੇ ਟਕੈਤ ਸਾਹਿਬ ਦਾ, ਸਾਰੇ ਕਿਸਾਨ ਲੀਡਰਾਂ ਦਾ, ਜਿਨ੍ਹਾਂ ਨੇ ਗੇਮ ਇਹਨਾਂ ਦੀ ਨਹੀਂ ਚੱਲਣ ਦਿੱਤੀ, ਸੰਭਾਲ ਲਈ। ਹੁਣ ਜਿਹੜੇ ਆਹ ਧਰਨੇ ਹੁੰਦੇ ਆ, ਕੋਈ ਵੀ ਬਲੌਕੇਜ ਹੁੰਦੀ, ਦੇਖੋ ਮੈਂ ਕਹਿੰਦਾ ਪ੍ਰੋਟੈਸਟ ਕਰਨਾ ਹੱਕ ਹੈ ਕਿਸਾਨ ਵੀਰਾਂ ਦਾ। ਜੋ ਵੀ ਕੁਝ ਹੁੰਦਾ ਇਹਦੇ ਨਾਲ, ਜਦੋਂ ਆਪਾਂ ਇੱਕ ਜਨਰਲ ਗੱਲ ਕਹਿੰਦੇ ਕਿ ਜਨਰਲ ਪਬਲਿਕ ਨੂੰ ਤਕਲੀਫ ਹੁੰਦੀ ਹੈ, ਆਪਾਂ ਨੂੰ ਇੱਕ ਸੋਚਣ ਦਾ ਨਜ਼ਰੀਆ ਬਣਿਆ ਕਿ ਲੋਕ ਤੰਗ ਹੋਣਗੇ ਤਾਂ ਸਰਕਾਰ ਹਿੱਲੂਗੀ। ਪੰਜਾਬ ਸਰਕਾਰ ਨੇ ਜੋ ਵਾਅਦੇ ਕੀਤੇ, ਅਸੀਂ ਉੱਤੇ ਅਡਿੱਗ ਖੜੇ ਆ। ਕੁਝ ਦਿਨਾਂ ਮਹੀਨਿਆਂ ਦੀ ਐਡਜਸਟਮੈਂਟ ਹੋ ਸਕਦੀ ਹੈ, ਇੱਕ ਗੱਲ। ਦੂਜੀ ਗੱਲ, ਅਸੀਂ ਇੱਕ ਹੋਰ ਹੱਲ ਕਹਿ ਰਹੇ ਹਾਂ, ਛੋਟੀ ਜਿਹੀ ਸੋਲੂਸ਼ਨ ਕਹਿ ਰਹੇ ਹਾਂ ਕਿ ਸਾਨੂੰ ਪਤਾ ਹੈ, ਅਸੀਂ ਵੀ ਤੁਹਾਡੇ ਵਿੱਚੋਂ ਹੀ ਆ, ਸਾਨੂੰ ਪਤਾ ਕੀ ਪ੍ਰੋਬਲਮਸ ਨੇ। ਹੁਣ ਪੰਜਾਬ ਸਰਕਾਰ ਤੁਹਾਡੇ ਨਾਲ ਬੈਠ ਕੇ ਇੱਕ ਆਪਾਂ ਹੱਲ ਕਰਨ ਦੀ ਕੋਸ਼ਿਸ਼ ਕਰੀਏ। ਭਾਰਤਮਾਲਾ ਜੇ ਆਊਗੀ, ਕੰਪਨਸੇਸ਼ਨ ਦੀ ਗੱਲ ਕੀਤੀ ਜਾ ਸਕਦੀ ਹੈ। ਭਾਰਤਮਾਲਾ ਜੇ ਆਊਗੀ ਤਾਂ ਆਪਣੇ ਪ੍ਰੋਡਕਟ ਸਾਰੇ ਦੇਸ਼, ਸਾਰੀ ਦੁਨੀਆ ਜਾ ਪਾਉਣਗੇ। ਜਿਹੜਾ ਲਖੀਮਪੁਰ ਖੇੜੀ ਵਾਲਾ ਮਸਲਾ ਸੀ, ਆਪਾਂ ਨੂੰ ਮਾਣ ਕਰਨਾ ਚਾਹੀਦਾ ਆਪਣੇ ਜਸਟਿਸ ਸਿਸਟਮ ਤੇ। ਸੁਪਰੀਮ ਕੋਰਟ ਨੇ ਉਹਦੀ ਟੈਣੀ ਮੁੰਡੇ ਦੀ ਉਹਦੀ ਰੋਕਤੀ ਕਿ ਬੇਲ ਨਹੀਂ ਕਰਨੀ ਦੇਣੀ। ਆਪਣਾ ਜਸਟਿਸ ਸਿਸਟਮ ਬਹੁਤ ਵਧੀਆ ਹੈ। ਐਂਡ ਨੈਕਸਟ ਰਹੀ ਗੱਲ ਸੈਂਟਰਲ ਗਵਰਨਮੈਂਟ ਦੀ, ਉਹ ਇੱਕ ਗੇਮ ਖੇਡ ਰਹੇ ਨੇ। ਉਹ ਲੋਕਾਂ ਦੇ ਮੂਹਰੇ ਇਹ ਸ਼ੋ ਕਰ ਰਹੇ ਕਿ देखो जी मोदी जी तो किसान कानून लाए थे, मोदी जी ये कर रहे थे, किसानों ने अड़ी कर ली, चलो मोदी जी फिर भी मान गए, लेकिन ये अब भी नहीं हट रहे। ਇਹ ਜਿਹੜੀ ਗੇਮ ਜਿਹੜੇ ਹੈਂਡਸ ਚ ਪਲੇ ਕਰ ਰਹੇ ਹੈ, ਇਹ ਜਿਹੜਾ ਬੀਜੇਪੀ ਜੋ ਨੈਰੇਟਿਵ ਬਿਲਡ ਕਰਨਾ ਚਾਹੁੰਦੀ ਹੈ। ਹੁਣ ਇੱਕ ਗੱਲ ਦੱਸੋ, ਕਿਹੜਾ ਵਰਗ ਨਹੀਂ ਔਖਾ? ਕਿਸਾਨ ਔਖੇ ਆ, ਮਜ਼ਦੂਰ ਔਖੇ ਆ, ਵਪਾਰੀ ਔਖੇ ਆ, ਮਹਿੰਗਾਈ ਇੰਨੀ ਵੱਧ ਗਈ, GST ਨੇ ਖੂਨ ਚੂਸ ਲਿਆ, ਲੱਸੀ ਥਈ ਤੇ GST ਲਾਤਾ ਸਾਰੀ। ਅਸੀਂ ਇੱਕ ਗੱਲ ਕਹਿ ਰਹੇ ਹਾਂ ਕਿ ਆਪਾਂ ਇੱਕ ਨਵਾਂ ਐਕਸਪੈਰੀਮੈਂਟ ਕੀਤਾ ਪੰਜਾਬ 'ਚ। ਆਓ ਬੈਠੀਏ, ਗੱਲ ਕਰੀਏ। ਤੁਸੀਂ ਪ੍ਰੋਟੈਸਟ ਕਰਨਾ, ਤਰੀਕਾ ਹੈ ਜਾਂ ਲੱਭੋ ਜਿਹਦੇ ਨਾਲ ਬੀਜੇਪੀ ਦਾ ਕਰਨਾ। ਪਰ ਗਰੇਵਾਲ ਸਾਹਿਬ ਦੇਖੋ, ਜੋ ਪੰਡੇਰ ਸਾਹਿਬ ਜ਼ਿਕਰ ਕਰ ਰਹੇ ਨੇ, ਕਹਿੰਦੇ ਅਸੀਂ 50-51 ਦਿਨ DC ਦਫ਼ਤਰਾਂ ਦੇ ਬਾਹਰ ਬੈਠੇ ਰਹੇ, ਕੋਈ ਨਹੀਂ ਸੁਣਦਾ ਜੀ, ਕੋਈ ਨਹੀਂ ਸੁਣਦਾ। ਕਹਿੰਦੇ ਫਿਰ ਮੁੜ ਕੇ ਗੱਲ ਤਾਂ ਉਹੀ ਆ ਜਾਂਦੀ ਹੈ ਕਿ ਜਦੋਂ ਸੜਕ ਜਾਮ ਕਰ ਲਓ, ਫਿਰ ਸਭ ਨੂੰ ਪਤਾ ਲੱਗ ਜਾਂਦਾ, ਸਭ ਆ ਜਾਂਦੇ ਨੇ ਕਿ ਆਓ ਬੈਠ ਕੇ ਗੱਲ ਕਰੀਏ, ਆਓ ਬੈਠ ਕੇ ਸੁਲਝਾਈਏ ਮਸਲੇ ਨੂੰ। ਨਹੀਂ, ਹੁਣ ਕੇਂਦਰ ਸਰਕਾਰ ਦਾ ਕਿਹੜਾ ਬੰਦਾ ਆ ਗਿਆ ਜੀ? ਕੋਈ ਵੀ ਨਹੀਂ ਆਇਆ।
ਕੋਈ ਵੀ ਨਹੀਂ ਆਇਆ। ਇਹਦਾ ਮਤਲਬ ਕਿ ਆਪਾਂ ਨੂੰ ਪੁਰਾਣੇ ਤਰੀਕੇ ਛੱਡਣੇ ਪੈਣੇ ਆ। ਤੁਸੀਂ ਇੱਕ ਨਵੀਂ ਜਿੱਤ ਜਿੱਤੀ ਹੈ, ਇਸ ਜਿੱਤ ਨੇ ਪੰਜਾਬ, ਹਰਿਆਣੇ, ਨਾਰਥ ਇੰਡੀਆ ਦੇ ਕਿਸਾਨਾਂ ਨੂੰ, ਦੇਸ਼ ਦੇ ਕਿਸਾਨਾਂ ਨੂੰ ਇਕੱਠਾ ਕੀਤਾ। ਹੁਣ ਆਪਾਂ ਇਨੋਵੇਟਿਵ ਆਪਾਂ ਉਹ ਜਿੱਤਣ ਵੇਲੇ ਇਨੋਵੇਸ਼ਨ ਕੀਤੀ ਨਾ, ਹੁਣ ਆਪਾਂ ਇਨੋਵੇਟਿਵ ਤਰੀਕੇ ਲੱਭੀਏ ਤਾਂ ਕਿ ਇਹਨਾਂ ਨੂੰ ਐਮਬੈਰਸ ਕਰੀਏ, ਤੇ ਉਹ ਇਨੋਵੇਸ਼ਨ ਉਸ ਇੱਕ ਅੰਦੋਲਨ ਨੂੰ ਆਪਾਂ ਜੇ ਇੱਕ ਫਾਇਦਾਮੰਦ ਚੀਜ਼ ਬਣਾ ਲਈ ਕਿ ਕਿਸਾਨ, ਪੰਜਾਬ ਸਰਕਾਰ ਕੋਆਪਰੇਟ ਕਰੀਏ, ਕੋਆਪਰੇਟ ਕਰਕੇ ਦਿੱਲੀ ਅਸੀਂ ਬੈਠੇ ਹਾਂ, ਤੁਹਾਨੂੰ ਦੁਨੀਆ 'ਚ ਮਾਰਕੀਟ ਕਰ ਸਕਦੇ ਹਾਂ, ਕੋਆਪਰੇਟ ਕਰਕੇ ਦੇਸ਼ ਲਈ ਇੱਕ ਮਾਡਲ ਬਣੀਏ। ਆਪਾਂ ਨਾਲ ਝਾਕੀਏ ਨਾ ਜੀ, ਆਪਾਂ ਝਾਕੀਏ ਨਾਲ, ਆਪਾਂ ਇਕੱਠੇ ਰਲ ਕੇ ਕਰੀਏ। ਪਰ ਮੈਂ ਪੰਦੇਰ ਸਾਹਿਬ ਤੋਂ ਜਵਾਬ ਲਵਾਂਗਾ ਇਸ ਚੀਜ਼ ਦਾ। ਮੈਂ ਗਰੇਵਾਲ ਸਾਹਿਬ ਤੁਹਾਡੇ ਕੋਲ ਵਾਪਸ ਆਉਣਾ। ਮੈਂ ਇੱਕ ਵਾਰ ਪਹਿਲਾਂ ਸਾਡੇ ਨਾਲ ਧਾਲੀਵਾਲ ਜੀ ਜੁੜੇ ਹੋਏ ਨੇ, ਕੁਲਦੀਪ ਸਿੰਘ ਧਾਲੀਵਾਲ ਜੀ ਬੀਜੇਪੀ ਨੂੰ ਰਿਪਰੈਜ਼ੈਂਟ ਕਰ ਰਹੇ ਨੇ, ਬੀਜੇਪੀ ਦੇ ਆਗੂ ਨੇ। ਕੁਲਦੀਪ ਜੀ, ਮੇਰੀ ਆਵਾਜ਼ ਤੁਹਾਡੇ ਤੱਕ ਪਹੁੰਚ ਰਹੀ ਹੋਏਗੀ। ਦੇਖੋ, ਕਿਸਾਨ ਅੰਦੋਲਨ ਹੋਇਆ, 1 ਸਾਲ ਤੱਕ ਤਕਰੀਬਨ ਚੱਲਿਆ, ਉਸ ਤੋਂ ਬਾਅਦ ਸਮਾਪਤੀ ਹੋਈ, ਤੇ ਕਿਸਾਨ ਕਹਿ ਰਹੇ ਨੇ ਕਿ ਉਹੀ ਮੁੱਦੇ ਅਜੇ ਤੱਕ ਨਹੀਂ ਸੁਲਝੇ। MSP ਦੀ ਗਾਰੰਟੀ ਨੂੰ ਲੈ ਕੇ ਗੱਲ ਹੋਈ ਸੀ, ਉਹ ਉੱਥੇ ਦਾ ਉੱਥੇ ਮਾਮਲਾ। ਉਸ ਤੋਂ ਬਾਅਦ ਕੇਸ ਜਿਹੜੇ ਹੋਏ, ਉਹ ਦਰਜ ਜਿਹੜੇ ਕਰੇ ਗਏ ਪਰਚੇ, ਉਹਨਾਂ ਨੂੰ ਰੱਦ ਕਰਨ ਦਾ ਮਾਮਲਾ, ਬਿਜਲੀ ਸੋਧ ਬਿੱਲ ਵਾਪਸ ਲੈਣ ਦਾ ਮਾਮਲਾ। ਇਹ ਜਿਹੀਆਂ ਮੰਗਾਂ ਨੇ, ਇੱਕ ਜਿਹੜੀਆਂ ਮੰਗਾਂ ਦਾ ਪੂਰਾ ਅਸੀਂ ਲਿਸਟ ਦਿਖਾ ਰਹੇ ਹਾਂ, ਉਹਦੇ ਵਿੱਚ ਜ਼ਿਆਦਾਤਰ ਬੀਜੇਪੀ ਜਾਂ ਸੈਂਟਰ ਦੀ ਸਰਕਾਰ ਦੇ ਨਾਲ ਰਿਲੇਟਡ ਨੇ। ਹੁਣ ਜੇ ਲੋਕ ਪਰੇਸ਼ਾਨ ਹੋ ਰਹੇ ਨੇ ਸਰ, ਸਵਾਲ ਤਾਂ ਤੁਹਾਡੇ ਤੋਂ ਵੀ ਪੁੱਛੇ ਜਾਣਗੇ ਨਾ ਕਿ ਕੇਂਦਰ ਦੀ ਸਰਕਾਰ ਪੁੱਛਦੀ ਨਹੀਂ, ਇੱਥੇ ਪੰਜਾਬੀ ਪਰੇਸ਼ਾਨ ਹੁੰਦੇ ਰਹਿੰਦੇ ਨੇ। ਨਹੀਂ, ਬਿਲਕੁਲ ਗੌਰਵ ਜੀ, ਜਿਹੜੇ ਤੁਸੀਂ ਸਵਾਲ ਪੁੱਛੇ, ਮੈਂ ਸਾਰੇ ਸਵਾਲਾਂ ਦਾ ਇੱਕ ਇੱਕ ਕਰਕੇ ਜਵਾਬ ਦੇਣ ਦੀ ਕੋਸ਼ਿਸ਼ ਕਰਦਾ। ਸਭ ਤੋਂ ਪਹਿਲਾਂ ਤਾਂ ਜਿਹੜੀ MSP ਦੀ ਗੱਲ ਹੈ, MSP ਦੇ ਉੱਤੇ ਮੈਂ ਹਮੇਸ਼ਾ ਪੱਖਧਰ ਰਿਹਾ, ਕਿਸਾਨੀ ਧਿਰਾਂ ਦੇ ਨਾਲ ਰਿਹਾ, ਪਾਰਟੀ ਦੇ ਅੰਦਰ ਵੀ ਬਾਹਰ ਵੀ, ਤੁਹਾਡੇ ਚੈਨਲ ਤੇ ਆਵਾਜ਼ ਵੀ ਉਠਾਉਂਦੇ ਰਹੇ, ਔਰ ਕੇਂਦਰ ਸਰਕਾਰ ਨੇ ਸਾਡੀ ਗੱਲ ਸੁਣੀ ਵੀ ਹੈ, ਕਮੇਟੀ ਬਣਾ ਦਿੱਤੀ ਗਈ ਹੈ। ਪਰ ਮੈਂ ਇੱਕ ਗੱਲ ਤੁਹਾਡੇ ਦਰਸ਼ਕਾਂ ਨੂੰ ਹੋਰ ਦੱਸਣੀ ਚਾਹੁੰਦਾ ਕਿ ਜਿਹੜੀ ਰਾਜ ਸਰਕਾਰ ਸਾਡੇ ਪੰਜਾਬੀਆਂ ਨੇ ਚੁਣੀ ਹੈ, ਉੱਥੇ ਚੁਟਕੀਆਂ ਮਾਰ ਕੇ 23 ਫਸਲਾਂ ਦੀ MSP ਦੇਣ ਵਾਲੇ ਕੁਝ ਲੋਕ ਮੰਤਰੀ ਬਣੇ ਆ, ਔਰ ਜੇ ਸਾਨੂੰ ਪੰਜਾਬ ਸਰਕਾਰ ਹੀ 23 ਫਸਲਾਂ ਦੀ ਚੁਟਕੀਆਂ 'ਚ MSP ਦੇ ਦਿੰਦੀ ਤਾਂ ਅੱਜ ਧਰਨੇ ਲੱਗਦੇ ਹੀ ਨਾ, ਸਾਨੂੰ ਕੇਂਦਰ ਕੋਲੇ ਜਾਣਾ ਹੀ ਨਾ ਪੈਂਦਾ। ਤਾਂ ਇਹ ਇਹਨਾਂ ਦੀ ਜਿਹੜੀ ਨਲਾਇਕੀ ਆ, ਉਹਦਾ ਰੋਹ ਆ ਜਿਹੜਾ, ਉਹ ਵੀ ਜਿਹੜਾ ਕਿਸਾਨ ਭਰਾਵਾਂ ਦੇ ਵਿੱਚ ਵਧਿਆ ਹੋਇਆ, ਕਿਉਂਕਿ ਇਹਨਾਂ ਨੇ ਝੂਠਾ ਜਿਹੜਾ ਵਾਅਦਾ ਹੈ ਉਹ ਕੀਤਾ ਹੈ, ਕਿਉਂਕਿ ਕੇਂਦਰ ਸਰਕਾਰ ਨੇ ਆਪਦਾ ਕੰਮ ਕੀਤਾ। ਉਦੋਂ ਅਗਲੀ ਗੱਲ ਜਿਹੜੀ ਗੱਲ ਹੈਗੀ ਹੈ, ਹੁਣ ਗਰੇਵਾਲ ਸਾਹਿਬ ਗੱਲ ਕਰ ਰਹੇ ਆ, ਇੱਕ ਪਾਸੇ ਦਾ ਧਰਨਿਆਂ ਨੂੰ ਸਪੋਰਟ ਕਰੀ ਜਾਂਦੇ ਆ, ਇੱਕ ਪਾਸੇ ਕਹਿੰਦੇ ਪੰਜਾਬ 'ਚ ਧਰਨੇ ਨਾ ਦਿਓ। ਮਤਲਬ ਨਾ ਇਹਨਾਂ ਦੀ ਗੱਲ ਤੁਹਾਡੇ ਦਰਸ਼ਕਾਂ ਨੂੰ, ਮੈਨੂੰ ਤਾਂ ਸਮਝ ਨਹੀਂ ਆਈ, ਪਤਾ ਨਹੀਂ ਤੁਹਾਡੇ ਦਰਸ਼ਕਾਂ ਨੂੰ ਸਮਝ ਆਈ ਕਿ ਨਹੀਂ ਆਈ। ਦੂਜੇ ਪਾਸੇ ਕਹਿੰਦੇ ਪੰਜਾਬ 'ਚ ਧਰਨੇ ਨਾ ਲਾਓ, ਇੱਕ ਪਾਸੇ ਕਹਿੰਦੇ ਧਰਨੇ ਹੋਣੇ ਚਾਹੀਦੇ। ਹੁਣ ਜਿਹੜੀ ਦੂਜੀ ਗੱਲ ਜਿਹੜੀ ਕਹਿੰਦੇ ਆਪਣੇ ਵੀ ਉਹ ਕੇਸਾਂ ਵਾਲੀ, ਉਹ ਜਿਹੜੀ ਕੇਂਦਰੀ ਗ੍ਰਹਿ ਮੰਤਰਾਲੇ ਨੇ ਨੋਟੀਫਿਕੇਸ਼ਨ ਕੀਤਾ, ਸਾਰੀਆਂ ਰਾਜ ਸਰਕਾਰਾਂ ਨੇ ਕੇਸ ਵਾਪਸ ਲੈਣੇ ਆ। ਮੈਂ ਮੰਨਦਾ ਕਿਤੇ ਬੀਜੇਪੀ ਦੀਆਂ ਸਰਕਾਰਾਂ ਵੀ ਹੈਗੀਆਂ ਜਿਨ੍ਹਾਂ ਨੇ ਵਾਪਸ ਲੈਣੇ ਆ, ਪਰ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਬੁਲਾਰੇ ਆਪਣੇ ਨਾਲ ਬੈਠੇ ਆ, ਇਹ ਤਾਂ ਸਾਰੇ ਕੇਸ ਵਾਪਸ ਲੈ ਕੇ ਇਤਿਹਾਸ ਸਿਰਜਦੇ ਨਾ, ਇਹ ਤਾਂ ਹੱਥ 'ਚ ਫੜਾ ਦੇਣ ਵੀ ਆਹ ਚੱਕੋ ਜੀ ਸਾਰੇ ਕੇਸ ਵਾਪਸ। ਤੁਸੀਂ ਕਹਿ ਰਹੇ ਹੋ ਕਿ ਪੰਜਾਬ 'ਚ ਜਿਹੜੇ ਪਰਚੇ, ਪੰਜਾਬ 'ਚ ਵੀ ਪਰਚੇ ਹੋਏ ਸੀ, ਉਹ ਰੱਦ ਨਹੀਂ ਹੋਏ? ਹਾਂ, ਬਿਲਕੁਲ ਨਹੀਂ ਹੋਏ। ਉਹ ਮੈਂ ਤਾਂ ਹਰਿਆਣਾ 'ਚ ਹੋਈ ਸੀ, ਕਿਉਂਕਿ ਹਰਿਆਣੇ ਦੇ ਵਿੱਚ ਪਰਚੇ ਹੋਏ ਸੀ। ਕੁਝ ਹਰਿਆਣੇ 'ਚ ਵੀ ਹੈਗੇ ਆ, ਮੈਂ ਮੰਨਦਾ, ਮੈਂ ਤੁਹਾਨੂੰ ਕਿਹਾ ਬੀਜੇਪੀ ਦੀ ਸਰਕਾਰ 'ਚ ਵੀ ਹੈਗੇ, ਪਰ ਪੰਜਾਬ ਵਾਲੇ ਵੀ ਨਹੀਂ ਕਰ ਸਕੇ ਕਿਉਂਕਿ ਕਾਨੂੰਨ ਅੜਚਣਾ ਨੇ, ਉੱਥੇ ਰਾਜਨੀਤੀ ਸਾਨੂੰ ਨਹੀਂ ਕਰਨੀ ਚਾਹੀਦੀ ਜਿੱਥੇ ਜਿਹੜੀ ਕੋਈ ਗੱਲ ਹੋ। ਤੀਜੀ, ਬਿਜਲੀ ਜਿਹੜੀ ਰੈਗੂਲੇਸ਼ਨ ਦੀ, ਉਹ ਪਿਛਲਾ ਜਿਹੜਾ ਡਰਾਫਟ ਸੀਗਾ ਉਹ ਨਿਰਸਤ ਕਰ ਦਿੱਤਾ ਗਿਆ, ਨਵਾਂ ਡਰਾਫਟ ਜਿਹੜਾ ਹੈਗਾ ਉਹੀ ਆਇਆ, ਔਰ ਉਹ ਐਜ਼ ਪਰ ਜਿਹੜੀਆਂ ਸਾਡੀਆਂ ਡਿਮਾਂਡਾਂ ਸੀ ਉਹਦੇ ਮੁਤਾਬਕ ਹੀ ਆਇਆ। ਉਹ ਜਿਹੜੀ ਜੋ ਵਾਅਦਾ ਕੀਤਾ ਗਿਆ ਸੀ ਕਿਸਾਨ ਭਰਾਵਾਂ ਨਾਲ, ਜਿਹੜਾ ਬਿੱਲ ਉਸ ਵੇਲੇ ਸੀਗਾ, ਜੋ ਡਰਾਫਟ ਸੀ, ਉਹ ਖਤਮ ਕਰ ਦਿੱਤਾ ਗਿਆ ਸੀ 2020, ਉਹ ਨਹੀਂ ਆਇਆ ਦੁਬਾਰੇ। ਫਿਰ ਵੀ ਜਿਹੜੇ ਖਦਸ਼ੇ ਆ ਕਿਸਾਨ ਭਰਾਵਾਂ ਦੇ, ਉਹਨਾਂ ਦੀ ਜਿਹੜੀ ਗੱਲ ਹੈ ਉਹ ਅਸੀਂ ਕੇਂਦਰ ਤੱਕ ਜ਼ਰੂਰ ਪਹੁੰਚਾ ਸਕਦੇ ਹਾਂ। ਗੱਲ ਨਹੀਂ ਨਾ ਕਰਦਾ ਸਰ ਕੋਈ, ਉਹ ਬੈਠੇ ਇੱਥੇ ਧਰਨਾ ਪ੍ਰਦਰਸ਼ਨ ਕਰਦੇ ਰਹਿੰਦੇ ਨੇ, ਟ੍ਰੇਨਾਂ ਰੋਕੀਆਂ 3-4 ਘੰਟੇ, ਹੋ ਸਕਦਾ ਕਿ 5-7 ਪਰਚੇ ਹੋਰ ਦਰਜ ਕਰ ਦਿੱਤੇ ਜਾਣ ਟ੍ਰੇਨਾਂ ਰੋਕਣ ਨੂੰ ਲੈ ਕੇ, ਜਿਹੜੀ ਰੇਲਵੇ ਪੁਲਿਸ ਉਹ ਪਰਚੇ ਦਰਜ ਕਰ ਦੇਵੇ, ਫਿਰ ਸਵਾਲ ਘੁੰਮ ਫਿਰ ਕੇ ਉੱਥੇ ਕੀ ਗੱਲ ਤਾਂ ਕੋਈ ਹੋਈ ਨਹੀਂ। ਗੱਲ ਉੱਥੇ ਆਉਂਦੀ ਹੈ, ਗੱਲ ਜਿਹੜੀ ਸਾਰੇ ਸਾਡੀ ਨੁਮਾਇੰਦਗੀ ਜਿਹੜੀ ਸਾਡੇ ਇੱਥੇ ਇੱਕ ਧਰਨਾ ਦੇਣ ਵਾਲੀਆਂ ਧਿਰਾਂ, ਉਹਨਾਂ ਦੀ ਉਹ ਪੰਜਾਬ ਸਰਕਾਰ ਹੈ। ਪੰਜਾਬ ਸਰਕਾਰ ਨੇ ਪਹਿਲੇ ਹੀ ਮੂਹਰੇ ਹੋ ਕੇ ਵਾਅਦੇ ਕਰ ਲਏ ਸੀ ਕਿ ਸਾਰੀਆਂ ਮੰਗਾਂ ਤਾਂ ਅਸੀਂ ਪੂਰੀਆਂ ਕਰ ਦੇਣੀਆਂ, ਔਰ ਅੱਜ ਹਾਲਾਤ ਇਹ ਹੈ, ਲੰਬੀ ਤੋਂ ਲੈ ਕੇ ਜੀਰੇ ਤੱਕ ਕਿਸਾਨਾਂ ਨੂੰ ਇੰਨਾ ਕੁੱਟਿਆ ਗਿਆ, ਕਿਸਾਨ ਨਿਰਾਸ਼ ਹੋ ਗਏ, ਦੁਬਾਰੇ ਧਰਨੇ ਦੇਣ ਨੂੰ ਜਿਹੜੇ ਹੈਗੇ ਆ ਉਹ ਮਜਬੂਰ ਹੋ ਗਏ ਆ। ਉਹਦੇ ਕਰਕੇ ਜਿਹੜਾ ਸਾਰਾ ਜਿਹੜੀ ਟਰਬਲ ਹੈ ਕ੍ਰੀਏਟ ਹੋ ਰਹੀ ਹੈ, ਹੋਰ ਕੋਈ ਕਾਰਨ ਨਹੀਂ। ਮਤਲਬ ਮੈਂ ਜਿੰਨਾ ਤੁਹਾਡੇ ਬਿਆਨ ਨੂੰ ਸਮਝ ਪਾਇਆ, ਜਿਹੜੀ ਤੁਹਾਡੀ ਸਟੇਟਮੈਂਟ ਹੈ, ਤੁਸੀਂ ਇਹ ਕਹਿਣ ਦੀ ਕੋਸ਼ਿਸ਼ ਕਰ ਰਹੇ ਹੋ ਕਿ ਕਸੂਰ ਸੂਬਾ ਸਰਕਾਰ ਦਾ ਹੈ, ਤੇ ਜਿਹੜੇ ਧਰਨਾ ਪ੍ਰਦਰਸ਼ਨ ਵੱਖ-ਵੱਖ ਮੰਗਾਂ ਨੂੰ ਲੈ ਕੇ ਹੋ ਰਿਹਾ ਹੈ ਤਾਂ ਉਸ ਦਾ ਕੋਈ ਜ਼ਿਆਦਾ ਮਤਲਬ ਨਹੀਂ, ਇਹ ਸਮਝਿਆ ਜਾਵੇ? ਨਹੀਂ, ਮਤਲਬ ਬਿਲਕੁਲ ਕਿਸਾਨਾਂ ਦੀਆਂ ਮੰਗਾਂ ਜਾਇਜ਼ ਹੈ, ਮੈਂ ਬਿਲਕੁਲ ਇਹ ਗੱਲ ਕਹੀ। ਜ਼ਿਆਦਾ ਮਤਲਬ ਤੁਸੀਂ ਬਿਜਲੀ ਸੋਧ ਬਿੱਲ ਤੇ ਜਵਾਬ ਦੇ ਦਿੱਤਾ, ਤੁਸੀਂ MSP ਤੇ ਜਵਾਬ ਦੇ ਦਿੱਤਾ, ਤੁਸੀਂ ਕੇਸਾਂ ਦੇ ਉੱਤੇ ਜਵਾਬ ਦੇ ਦਿੱਤਾ ਕਿ ਜਿਹੜੇ ਕੇਸਿਸ ਹੋਏ ਨੇ। ਦੇਖੋ, ਅਸੀਂ ਉਹਨਾਂ ਤੇ ਸਟੈਪਸ ਚੁੱਕੇ ਆ, ਮੈਂ ਆਪਦੇ ਵੱਲੋਂ ਦੱਸਤਾ ਕੇਂਦਰ ਸਰਕਾਰ ਨੇ ਕੀ ਸਟੈਪ ਚੁੱਕੇ ਆ, ਉਹਨੂੰ ਐਕਸੈਪਟ ਕਰਨਾ ਨਹੀਂ ਕਰਨਾ ਇਹ ਕਿਸਾਨਾਂ ਦਾ ਕੰਮ ਹੈ। ਪੰਧੇਰ ਸਾਹਿਬ ਬੈਠੇ, ਉਹ ਕੀ ਜਵਾਬ ਦਿੰਦੇ ਆਪਾਂ। ਠੀਕ ਹੈ, ਮੈਂ ਪੰਧੇਰ ਸਾਹਿਬ ਕੋਲ ਜਾਊਂਗਾ, ਪਰ ਪਹਿਲਾਂ ਇੱਕ ਗਰੇਵਾਲ ਸਾਹਿਬ ਤੁਹਾਡੀ ਸਟੇਟਮੈਂਟ
ਜਿਹੜਾ ਤੁਹਾਡੇ ਹੱਥ ਦੇ ਵਿੱਚ ਕੰਮ ਹੈ ਉਹੀ ਤੁਸੀਂ ਨਹੀਂ ਕੀਤਾ, ਇਹ ਬੀਜੇਪੀ ਇਲਜ਼ਾਮ ਲਗਾ ਰਹੀ ਹੈ। ਕਹਿੰਦੇ ਤੁਸੀਂ ਵਾਅਦੇ ਨਹੀਂ ਕਰ ਦਿੱਤੇ, ਇਸ ਕਰਕੇ ਕਿਸਾਨ ਨਿਰਾਸ਼ ਨੇ, ਧਰਨਾ ਪ੍ਰਦਰਸ਼ਨ ਤਾਂ ਹੋ ਰਿਹਾ ਹੈ। ਮੈਂ ਆਸ਼ਾ ਕਰਦਾ ਕਿ ਮੈਨੂੰ ਆਪਣੀ ਗੱਲ ਪੂਰੀ ਕਰਨ ਦਿੱਤੀ ਜਾਊਗੀ। ਪਹਿਲੀ ਗੱਲ ਇਹ ਹੈ ਕਿ ਪੰਜਾਬ ਦਾ ਕਿਸਾਨ, ਹਰਿਆਣੇ ਦਾ, ਯੂਪੀ ਦਾ ਕਿਸਾਨ ਇੱਕ ਵਿਸ਼ੇਸ਼ ਸਾਈਕਲ 'ਚ ਫਸਿਆ, ਜਿੱਥੇ ਕਿ ਅਸੀਂ ਦੇਸ਼ ਲਈ ਕਣਕ ਝੋਨਾ ਉਗਾਉਂਦੇ ਰਹੇ, ਸਰਕਾਰਾਂ MSP ਤੇ ਚੱਕੀ ਗਈਆਂ, ਐਂਡ ਜਿਹੜੇ ਲਾਭਾਰਥੀ ਬਣਦੇ ਨਾ 80 ਕਰੋੜ, ਉਹ ਸਾਡੀ ਜ਼ਮੀਨ ਦੀ, ਸਾਡੀ ਹਵਾ ਦੀ, ਸਾਡੇ ਪਾਣੀ ਦੀ ਜ਼ਹਿਰ ਬਣ ਕੇ ਬਣਦੇ ਆ ਲਾਭਾਰਥੀ ਜਿਹੜੇ 80 ਕਰੋੜ ਨੇ। ਪਹਿਲੀ ਗੱਲ ਕਿ ਪੰਜਾਬ ਸਰਕਾਰ ਨੇ ਜੋ ਵੀ ਵਾਅਦੇ ਕੀਤੇ ਸੀ, ਅਸੀਂ ਕਿਤੇ ਨਹੀਂ ਭੱਜੇ, ਉੱਥੇ ਹੀ ਖੜੇ ਆ। ਕਿਸਾਨਾਂ ਨੂੰ ਪੁੱਛ ਲਓ। ਮੈਕਸਿਮਮ ਰੌਲੇ ਜਿਹੜੇ ਆ ਸੈਂਟਰ ਤੇ ਹਰਿਆਣਾ ਸਰਕਾਰ ਨਾਲ, ਪੰਜਾਬ 'ਚ ਕਿਸਾਨਾਂ ਤੇ ਕੇਸ ਨਹੀਂ ਸੀ ਭਾਈ ਸਾਹਿਬ, ਉਦੋਂ ਕਾਂਗਰਸ ਸਰਕਾਰ ਸੀ, ਕੈਪਟਨ ਸਾਹਿਬ ਨੇ ਨਹੀਂ ਕੀਤਾ ਸੀ ਉਹ। ਸੋ ਮੈਂ ਕਲੀਅਰ ਕਰਦਾ, ਨਹੀਂ ਪਰਚੇ ਤਾਂ ਹੋਏ ਸੀ, ਨਹੀਂ ਹੋਏ ਪੰਜਾਬ ਦੇ ਵਿੱਚ ਕੋਈ ਪਰਚਾ? ਜੀ ਨਹੀਂ ਪੰਜਾਬ ਦੇ ਵਿੱਚ ਸਰ, ਪੰਜਾਬ ਕਿਸਾਨ ਵੀਰ ਬੈਠੇ, ਪੁੱਛ ਲਓ। ਪੰਜਾਬ ਦੇ ਵਿੱਚ ਕੋਈ ਹੈ ਹੀ ਨਹੀਂ ਪਰਚਾ। ਮੈਂ ਉਹਨਾਂ ਕੋਲ ਜਾਵਾਂਗਾ। ਇਸ ਅੰਦੋਲਨ ਦੇ ਮਤਲਬ ਕੋਈ ਨਹੀਂ ਜੀ, ਕਿਸਾਨ ਅੰਦੋਲਨ ਦੇ ਮਤਲਬ ਕੋਈ ਪਰਚਾ ਨਹੀਂ, ਪਹਿਲੀ ਗੱਲ। ਦੂਜੀ ਗੱਲ, ਮੈਂ ਇੱਕ ਗੱਲ ਕਹਿ ਰਿਹਾ ਕਿ ਆਪਾਂ ਨੂੰ ਹੁਣ ਸੋਚ ਬਦਲਣੀ ਪਏਗੀ। ਸਾਰੇ ਲੋਕ ਆਪਣੇ ਨਾਲ ਨੇ, ਬੀਜੇਪੀ ਜਿੰਨਾ ਮਰਜ਼ੀ ਕਸੂਰ ਦੇ ਲਵੇ ਜੀ, ਇਹਨਾਂ ਨੇ ਆਪਣੀਆਂ ਗੱਲਾਂ ਦੇ ਜਵਾਬ ਦੇਣੇ ਨਹੀਂ। ਅਸੀਂ ਸੋਚ ਰਹੇ ਹਾਂ, ਅਸੀਂ ਕਰ ਰਹੇ ਹਾਂ, ਹਰਿਆਣੇ ਕੁਝ ਹੋ ਸਕਦਾ, ਨਹੀਂ ਹੋ ਸਕਦਾ। ਸਰ ਪਲੀਜ਼ ਚੁਟਕੀਆਂ ਵਾਲੀ MSP ਜੀ ਸਰ, ਅਸੀਂ ਜੀ ਮੈਂ ਬੋਲਦਾ ਸਰ, ਮੈਂ ਪਲੀਜ਼ ਬੋਲਦਾ। ਅਸੀਂ ਜੁਮਲੇ ਨਹੀਂ ਕਹਿੰਦੇ, ਅਸੀਂ ਬਾਅਦ ਚੋਂ ਜੁਮਲੇ ਨਹੀਂ ਕਹਿੰਦੇ। ਅਸੀਂ ਕੰਮ ਕਰ ਰਹੇ ਹਾਂ। ਪੰਜਾਬ 'ਚ ਐਗਰੀ ਇੰਡਸਟਰੀ ਦੇ ਵਿੱਚ ਵੱਡਾ ਪੁਸ਼ ਆ ਰਿਹਾ ਹੈ। ਪੰਜਾਬ ਗਵਰਨਮੈਂਟ ਵੱਡੀ ਇੱਕ ਐਗਰੀ ਇੰਡਸਟਰੀ ਦੀ ਪਾਲਿਸੀ ਬੜੀ ਜਲਦੀ ਲਿਆ ਰਹੀ ਹੈ। ਮੈਂ ਕਹਿ ਰਿਹਾ, ਮੈਂ ਇਨਵੋਲਡ ਹਾਂ ਸਰ, ਪਲੀਜ਼ ਮੈਨੂੰ ਬੋਲਣ ਦਿਓ। ਇੱਕ ਇੱਕ ਕਰਕੇ ਗੱਲ ਰੱਖ ਲਓ ਆਪਣੀ। ਮੈਂ ਇਨਵੋਲਡ ਹਾਂ, ਕਹਿ ਰਿਹਾ ਕਿ ਐਗਰੀ ਇੰਡਸਟਰੀ ਦੇ ਵਿੱਚ ਵੱਡਾ ਪੁਸ਼ ਆ ਰਿਹਾ ਹੈ। ਅਸੀਂ ਕਿਸਾਨ ਵੀਰਾਂ ਨੂੰ ਇੱਕ ਬੇਨਤੀ ਕਰਦੇ ਹਾਂ ਕਿ ਪ੍ਰੋਟੈਸਟ ਦਾ ਆਪਾਂ ਇਨੋਵੇਟਿਵ ਤਰੀਕਾ ਲੱਭੀਏ, ਆਪਣੀ ਜਿਹੜੀ ਸਾਂਝ ਪਈ ਹੈ ਉਹਦੇ ਫਾਇਦੇ ਲੱਭੀਏ, ਆਪਾਂ ਮਾਰਕੀਟਸ ਆਪਣੀਆਂ ਇਕੱਠੀਆਂ ਕਰੀਏ, ਤੇ ਪੰਜਾਬ ਸਰਕਾਰ ਤੁਹਾਡੇ ਮੋਢੇ ਨਾਲ ਮੋਢਾ ਲਾ ਕੇ ਕੰਮ ਕਰਨ ਨੂੰ ਤਿਆਰ ਹੈ। ਪਰ ਹੁਣ ਆਪਾਂ ਇਹ ਸੋਚ ਲਈਏ ਕਿ ਉਹ ਅੰਦੋਲਨ ਆਪਾਂ ਜਿੱਤ ਕੇ ਆਏ ਆ, ਉਹ ਜਿਹੜੀ ਆਪਾਂ ਗੁੱਡਵਿਲ ਕਮਾਈ ਸੀ, ਆਪਾਂ ਲੋਕਾਂ ਨੂੰ ਖੱਜਲ ਕਰਕੇ ਗੁੱਡਵਿਲ ਗਵਾ ਰਹੇ ਆ। ਰੱਬ ਦਾ ਵਾਸਤਾ ਉਹ ਗੁੱਡਵਿਲ ਨਾ ਗਵਾਈਏ। ਸਾਰਾ ਦੇਸ਼ ਤੁਹਾਡੇ ਨਾਲ, ਆਪਣੀ ਗੁੱਡਵਿਲ ਨਾ ਖਰਾਬ। ਠੀਕ ਹੈ, ਚਲੋ ਥੋੜੇ ਧਾਲੀਵਾਲ ਸਾਹਿਬ ਪਲੀਜ਼ ਥੋੜਾ ਜਿਹਾ ਵੇਟ ਕਰੋ। ਮੈਂ ਪੰਦੇਰ ਸਾਹਿਬ ਦਾ ਇੱਕ ਵਾਰ ਰੁਕ ਕਰ ਲਵਾਂ। ਪੰਦੇਰ ਸਾਹਿਬ, ਦੋ ਚੀਜ਼ਾਂ ਕਲੀਅਰ ਕਰੋ ਕਿ ਪੰਜਾਬ ਦੇ ਵਿੱਚ ਵੀ ਕੋਈ ਪਰਚਾ ਹੈ ਕਿਸਾਨਾਂ ਦੇ ਉੱਤੇ ਅੰਦੋਲਨ ਦੇ ਦੌਰਾਨ ਦਾ, ਤੇ ਦੂਜੀ ਗੱਲ ਇਹ ਹੈ ਸੈਂਟਰ ਦੀ ਸਰਕਾਰ ਬੀਜੇਪੀ ਦੀ ਹੈ, ਬੀਜੇਪੀ ਦੇ ਨੁਮਾਇੰਦੇ, ਪੰਜਾਬ ਬੀਜੇਪੀ ਦੇ ਨੁਮਾਇੰਦੇ ਕਹਿ ਰਹੇ ਨੇ ਕਿ ਸੋਧ ਬਿੱਲ ਨੂੰ ਲੈ ਕੇ ਜਿਹੜੀ ਤੁਹਾਡੀ ਮੰਗ ਹੈ ਉਹ ਤਾਂ ਬਿਲਕੁਲ ਚੇਂਜ ਹੈ, ਇਸ ਕਰਕੇ ਜਿਹੜਾ 2020 ਵਾਲਾ ਸੀ ਸੋਧ ਬਿੱਲ ਅਸੀਂ ਵਾਪਸ ਪਹਿਲਾਂ ਹੀ ਲੈ ਲਿਆ ਸੀ। MSP ਦੇ ਉੱਤੇ ਅਸੀਂ ਕਮੇਟੀ ਬਣਾ ਦਿੱਤੀ ਹੈ, ਜਿਹੜੇ ਪਰਚੇ ਹੈਗੇ ਨੇ ਉਹਨਾਂ ਦੇ ਉੱਤੇ ਜ਼ਰੂਰ ਅਸੀਂ ਗੌਰ ਕਰ ਰਹੇ ਹਾਂ, ਯਾਨੀ ਜਿਹੜੀਆਂ ਮੰਗਾਂ ਦਾ ਤੁਸੀਂ ਜ਼ਿਕਰ ਕਰ ਰਹੇ ਹੋ ਉਹਨਾਂ ਦੇ ਉੱਤੇ ਆਲਰੇਡੀ ਉਹ ਕੰਮ ਕਰ ਰਹੇ ਨੇ। ਉਹਨਾਂ ਦਾ ਤਰਕ ਇਹ ਹੈ। ਦੇਖੋ, ਜਿੱਥੋਂ ਤੱਕ ਪੰਜਾਬ ਦੇ ਪਰਚਿਆਂ ਦਾ ਸਵਾਲ ਹੈਗਾ, ਇੱਕ ਵੱਡਾ ਹਿੱਸਾ ਤੇ ਪਰਚਿਆਂ ਦਾ ਹੈ ਨਹੀਂਗਾ। ਕਿਸਾਨਾਂ ਤੋਂ ਜਿਹੜੀ ਕੈਪਟਨ ਸਰਕਾਰ ਸੀ ਉਸ ਵੇਲੇ ਵੀ ਵਾਪਸ ਹੋਏ ਸੀ, ਜਦੋਂ ਨਵੀਂ ਸਰਕਾਰ ਆਈ ਉਦੋਂ ਵੀ ਹੋਏ ਆ, ਇਹ 'ਚ ਕੋਈ ਰੌਲਾ ਨਹੀਂ। ਹਾਂ, ਕੁਝ ਪਰਚੇ ਹਜੇ ਵੀ ਹੈਗੇ ਆ, ਜਿਹੜੇ ਕੁਝ ਪਰਚੇ ਹੈਗੇ ਹਾਲੇ ਵੀ ਹੈਗੇ ਆ, ਥੋੜੇ ਆ। ਦੂਜਾ ਜਿਹੜਾ ਸਭ ਤੋਂ ਵੱਡਾ ਪਰਚੇ ਸੀਗੇ ਰੇਲਾਂ ਦੇ, ਜਿਹੜੇ RPF ਨੇ ਕੀਤੇ ਹੁੰਦੇ ਆ, ਇਹ ਵੀ ਸਟੇਟ ਸਰਕਾਰ ਨੇ ਜਦੋਂ DG ਰੇਲ ਨੂੰ ਲਿਖੂਗੀ ਪੰਜਾਬ ਸਰਕਾਰ ਤਾਂ ਉਹ ਵੀ ਵਾਪਸ ਲੈਣਗੇ। ਉਹ ਹਜੇ ਇੱਕ ਵੱਡਾ ਹਿੱਸਾ ਹੈਗਾ ਵਾ ਪਰਚਿਆਂ ਦਾ। ਦੂਜਾ, ਜਿੱਥੋਂ ਤੱਕ ਸਵਾਲ ਹੈਗਾ ਭਾਜਪਾ ਦਾ, ਦੇਖੋ ਕੱਲਾ ਤੁਸੀਂ ਦੇਖੋ ਵੀ ਇਹ ਦੁਨੀਆ ਦੇ ਵਿੱਚ, ਮੈਂ ਕਹਿੰਦਾ ਗੌਰਵ ਜੀ, ਕਦੀ ਇਹੋ ਜਿਹੀਆਂ ਡਿਬੇਟਾਂ ਹੁੰਦੀਆਂ ਹੀ ਨਹੀਂ ਵੀ ਕਿਸਾਨ ਨੂੰ ਮਿਲ ਕੀ ਰਿਹਾ, ਕਿਸਾਨ ਨੂੰ ਦਿੱਤਾ ਕੀ ਜਾ ਰਿਹਾ। ਇਹਨਾਂ ਦੇ ਕਮਿਸ਼ਨ ਕਹਿੰਦੇ ਆ, ਸਵਾਮੀਨਾਥਨ ਕਮਿਸ਼ਨ ਸਾਡਾ ਨਹੀਂ ਸੀ ਹੈਗਾ, ਸਰਕਾਰ ਦਾ ਬਾਲਿਆ ਕਮਿਸ਼ਨ ਹੈ। ਜਿਹੜੀ ਰਿਪੋਰਟ 'ਚ ਕਹਿੰਦਾ ਵੀ ਕਿਸਾਨਾਂ ਨੂੰ ਤੁਸੀਂ ਲਾਗਤ ਖਰਚਾ ਨਹੀਂ ਦਿੰਦੇ ਹੈਗੇ। ਜਿਹੜੀ PAU ਯੂਨੀਵਰਸਿਟੀ ਆ ਪੰਜਾਬ ਦੀ, ਪੰਜਾਬ ਐਗਰੀਕਲਚਰ ਯੂਨੀਵਰਸਿਟੀ, ਸਤੰਬਰ 16 ਦੇ ਉਹਦੇ ਆંકੜੇ ਹੈਗੇ ਆ ਵੀ ਤੁਸੀਂ ਪੌਣੇ 500 ਰੁਪਇਆ ਕਿਸਾਨ ਨੂੰ MSP ਤੇ ਘੱਟ ਰੇਟ ਦੇ ਰਹੇ ਜੇ। ਫਿਰ ਜਦੋਂ ਕੋਈ ਵੀ ਦੁਨੀਆ 'ਚ ਇਹੋ ਜਿਹਾ ਬੰਦਾ ਹੈ ਨਹੀਂਗਾ ਜਿਹੜੀ ਉਹ ਚੀਜ਼ ਪੈਦਾ ਕਰਦਾ, ਉਹਨੂੰ ਲਾਗਤ ਖਰਚਾ ਬਣਾ ਮਿਲਦਾ ਹੈ। ਵਾਹਿਦ ਅਸੀਂ ਆ, ਤੁਸੀਂ ਚੈਨਲ ਤੇ ਬਿਓ, ਅਸੀਂ ਮਾਹਿਰ ਸੱਦ ਕੇ ਕੱਲੇ ਰੁਪਏ ਟਕੇ ਦਾ ਹਿਸਾਬ ਕਰ ਦਾਂਗੇ ਵੀ ਇਹ ਗੱਲ ਹੈ ਕਿ ਨਹੀਂ ਹੈ। ਹੁਣ ਇਹ ਕਹੀ ਜਾਣਾ ਵੀ ਕਮੇਟੀ ਬਣ ਗਈ ਆ, ਕਮੇਟੀ ਆ ਕਰ ਰਹੀ ਆ, ਦੇਖੋ ਕਿੰਨਾ ਚਿਰ ਹੋ ਗਿਆ। ਇਹ ਮਸਲੇ ਦਾ ਹੱਲ ਹੋਣਾ ਚਾਹੀਦਾ। ਕੋਈ ਵਪਾਰੀ ਇੰਨਾ ਚਿਰ ਨਹੀਂ ਖੜ ਸਕਦਾ, 2 ਦਿਨ ਨਹੀਂ ਖੜ ਸਕਦਾ, ਉਹ ਰਾਤੋਂ ਰਾਤ ਕੰਗਾਲ ਹੋ ਜਾਊਗਾ। ਸੈਕੰਡਲੀ, ਭਾਈ ਪਰਚੇ ਵਾਪਸ ਲੈਣਾ, ਇਹ ਤਾਂ ਗ੍ਰਹਿ ਮੰਤਰਾਲੇ ਆਰਡਰ ਕਰੇ, ਅਗਲੇ ਦਿਨ ਸਾਰੇ ਪਰਚੇ ਵਾਪਸ ਹੋ ਜਾਂਦੇ ਆ। ਅਮਿਤ ਸ਼ਾਹ ਦੀ ਕਹਿਣ, ਸਾਰੇ ਇਹਨਾਂ ਦੀ ਸਟੇਟ ਆ ਵੀ ਸਾਰੇ ਪਰਚੇ ਵਾਪਸ ਲੈ ਲਓ, ਸਮੱਸਿਆ ਕੀ ਹੈਗੀ ਆ। ਔਰ ਜਿਹੜੀ ਮੈਂ ਗੱਲਾਂ ਕਹੀਆਂ, ਕੁਲਦੀਪ ਧਾਰੀਵਾਲ ਜੀ ਜਵਾਬ ਨਹੀਂ ਦੇਗੇ। ਅਮਨ ਡਿਬਾਸ ਤੇ ਪ੍ਰਦੀਪ ਖੱਤਰੀ ਸਬੂਤ ਚਾਹੀਦੇ ਆ, ਦੇਣ ਨੂੰ ਤਿਆਰ ਆ। ਸ਼ਰੇਆਮ ਸਾਡੇ ਤੇ ਪੱਥਰਬਾਜੀ ਹੋਈ, ਪੈਟਰੋਲ ਬੰਬ ਮਾਰੇ, ਕੀ ਉਹਦੇ ਬਾਰੇ ਕੁਝ ਨਹੀਂ ਬੋਲੇ ਹੈਗੇ ਵੀ ਉਹਨਾਂ ਤੇ ਕੋਈ ਕਾਰਵਾਈ। ਔਰ ਤੁਹਾਡੇ ਵੱਡੇ ਲੀਡਰਾਂ ਨਾਲ
ਅਮਨ ਡਬਾਸ ਜੀ ਦੀਆਂ ਫੋਟੋਆਂ ਗ੍ਰਹਿ ਮੰਤਰੀ ਜੀ ਨਾਲ ਹੈਗੀਆਂ। ਅਸੀਂ ਉਹ ਬਕਾਇਦਾ ਪ੍ਰੈਸ ਨੂੰ ਵੀ ਜਾਰੀ ਕੀਤੀਆਂ ਹੈਗੀਆਂ। ਜਿਹੜੇ ਸਾਡੇ ਬੰਦੇ ਜ਼ਖਮੀ ਹੋਏ ਉਹ ਵੀ ਦੱਸੇ ਹੈਗੇ, ਉਹਨਾਂ ਤੇ ਕੁਝ ਨਹੀਂ ਗੱਲ। ਲਖੀਮਪੁਰ ਖੀਰੀ ਵਾਲੇ ਮੁੱਦੇ ਤੇ ਵੀ ਯੂਪੀ ਦਾ ਜਿਹੜੇ ਇਹਨਾਂ ਦੇ ਆਪਣਾ ਵਕੀਲ ਨੇ, ਜਿਹਨੇ ਅਟਾਰਨੀ ਜਨਰਲ ਨੇ, ਸਹੀ ਲੜਾਈ ਨਹੀਂ ਲੜੀ ਹੈਗੀ। ਜੇ ਲੜੀ ਹੁੰਦੀ ਤਾਂ ਉਹਨੂੰ 6 ਹਫ਼ਤਿਆਂ ਦੀ ਜ਼ਮਾਨਤ ਨਹੀਂ ਸੀ। ਔਰ ਜਿਹੜੇ 120(b) ਦੇ ਵਿੱਚ ਪਰਚੇ 'ਚ ਕੇਂਦਰੀ ਗ੍ਰਹਿ ਰਾਜ ਮੰਤਰੀ ਨੇ ਅਜੇ ਮਿਸ਼ਰਾ ਟੈਣੀ ਜੀ, ਉਹ ਅਖਲਾਕੀ ਤੌਰ ਤੇ ਨਹੀਂ ਰਹਿ ਸਕਦੇ ਜਦੋਂ ਉਹਨਾਂ ਤੇ 120(b) ਦਾ ਪਰਚਾ ਦਰਜ ਕੀਤਾ ਹੋਇਆ। ਇੱਕ ਤਾਂ ਜਿੱਥੋਂ ਤੱਕ ਅਰਬਾਬ ਜੀ ਹੋਣਾ ਦਾ ਸਵਾਲ ਹੈਗਾ ਵਾ, ਦੇਖੋ ਉਹ ਕਿੱਡੇ ਸੂਖਮ ਤਰੀਕੇ ਨਾਲ ਕਿਸਾਨਾਂ ਤੇ ਵਾਰ ਕਰਦੇ ਨੇ ਵੀ ਤੁਸੀਂ ਤਰੀਕਾ ਕੋਈ ਚੰਗਾ ਲੱਭ ਲਓ। ਜਦੋਂ ਅਸੀਂ ਕਹਿੰਦੇ 51 ਦਿਨ ਅਸੀਂ ਬੈਠੇ ਰਹੇ ਡੀਸੀ ਦਫ਼ਤਰ ਤੇ, ਕਿੰਨੇ ਕਿਹਾ ਸਾਨੂੰ ਸੱਦ ਕੇ ਗੱਲ ਨਾ ਕਰੋ। ਇੱਕ ਧਾਰੀਵਾਲ ਜੀ ਨਾਲ ਮੀਟਿੰਗ ਹੋਈ ਆ, ਇਹ ਸਾਨੂੰ ਪ੍ਰੋਸੀਡਿੰਗ ਦਿੰਦੇ ਆ, ਮੈਂ ਤੁਹਾਨੂੰ ਗੌਰਵ ਜੀ ਦੇ ਦੂੰਗਾ, ਬਗੈਰ ਕਿਸੇ ਸਾਈਨਾਂ ਤੋਂ ਪ੍ਰੋਸੀਡਿੰਗ ਦਿੰਦੇ ਸਾਨੂੰ, ਔਰ ਉਹ ਚ ਕੋਈ ਜਵਾਬ ਸਵਾਲ ਨਹੀਂ ਹੈਗਾ ਜਾਣੀ ਦੀ। ਔਰ ਦੂਜਾ ਲੁਕਵੇਂ ਫਿਰ ਅਟੈਕ ਕਰਦੇ ਵੀ ਤੁਹਾਡੇ ਖਿਲਾਫ ਲੋਕ ਨਾ ਹੋ ਜਾਣ। ਇਹ ਤਾਂ ਭਾਈ ਹੁਣ ਸਾਰੇ ਪੰਜਾਬ ਵਿੱਚ ਤੁਹਾਡੇ ਖਿਲਾਫ ਮੁਜ਼ਾਹਰੇ ਚੱਲ ਰਹੇ ਆ। ਜੋ ਵਾਅਦੇ ਤੁਸੀਂ ਕੀਤੇ, ਅਸੀਂ ਤਾਂ ਬੜੇ ਪਿਆਰ ਨਾਲ ਕਹਿੰਦੇ ਹੁੰਨੇ ਆ ਵੀ ਖਜ਼ਾਨੇ 'ਚ ਭਰਿਆ ਕੀ ਆ। ਤੁਸੀਂ ਕਹਿੰਦੇ ਹੋ, ਤੁਸੀਂ ਦੱਸੋ ਵੀ ਕਿਹੜੇ ਥਾਵਾਂ ਤੋਂ ਤੁਹਾਡੇ ਜਵਾਬ ਲੈ ਪੈਸਾ ਜਾ ਰਿਹਾ। ਦੁੱਖ ਹੁੰਦਾ, ਇਹ ਵਿਸ਼ਾ ਨਹੀਂ ਹੈ। 600 ਬੱਸਾਂ ਤੁਹਾਡੀਆਂ ਖਲੋਤੀਆਂ ਵਾ, ਉਹ 600 ਬੱਸ ਚੱਲਦੀ ਹੁੰਦੀ ਤਾਂ ਤੁਹਾਨੂੰ 2-3 ਹਜ਼ਾਰ ਟੈਕਸੀ ਆਉਣਾ ਸੀ। ਯਾਨੀ ਤਾਂ ਕਿਵੇਂ, ਜਿਵੇਂ ਸਾਲ ਲੰਘ ਗਿਆ ਐਵੇਂ 4 ਸਾਲ ਲੰਘ ਜਾਣਗੇ। ਹਾਂ ਅਸੀਂ ਬੁੱਲ ਸੀ ਲਈਏ, ਕੱਖ ਵੀ ਨਾ ਬੋਲੀਏ, ਆਕਾ ਸਮਝ ਲਈਏ ਤੁਹਾਨੂੰ ਵੀ ਕੁਝ ਨਹੀਂ ਅਸੀਂ ਬੋਲਣਾ, ਫਿਰ ਠੀਕ ਆ। ਜਦੋਂ ਅਸੀਂ ਕੋਈ ਕਰਦੇ ਆ ਕਹਿੰਦੇ ਤੁਸੀਂ ਲੋਕਾਂ ਨੂੰ ਖਿਲਾਫ ਸਵਾਲ ਦੇ ਨਾਲ ਆਉਂਗਾ। ਠੀਕ ਹੈ, ਤੁਹਾਡਾ ਬਹੁਤ ਵੈਲਿਡ ਪੁਆਇੰਟਸ ਨੇ, ਇਸ ਕਰਕੇ ਆਪਾਂ ਚਰਚਾ ਵੀ ਰੱਖੀ ਹੈ ਕਿ ਜੇਕਰ ਕੋਈ ਧਰਨਾ ਪ੍ਰਦਰਸ਼ਨ ਠੰਡ ਦੇ ਮੌਸਮ ਦੇ ਵਿੱਚ ਰੇਲਵੇ ਟਰੈਕ ਦੇ ਉੱਤੇ ਬੈਠ ਕੇ ਕਰ ਰਿਹਾ ਹੈ ਤਾਂ ਉਹਨਾਂ ਦੀ ਵੀ ਕੋਈ ਨਾ ਕੋਈ ਮਜਬੂਰੀ ਤਾਂ ਹੋਏਗੀ। ਅਹਿਬਾਬ ਗਰੇਵਾਲ ਜੀ। ਪਹਿਲੀ ਗੱਲ ਸਰ, ਡੀਜੀ ਰੇਲ ਨੂੰ ਲੈਟਰ ਲਿਖੀ ਜਾ ਚੁੱਕੀ ਹੈ ਪੰਜਾਬ ਸਰਕਾਰ ਵੱਲੋਂ। ਸੈਕੰਡਲੀ, ਦੁਨੀਆ 'ਚ ਸਾਰੀ ਕੰਟਰੀ ਸਬਸਿਡੀ ਦਿੰਦੀਆਂ ਨੇ। ਜਿੰਨੀ ਇੱਕ ਗਾਂ ਨੂੰ ਸਬਸਿਡੀ ਅਮਰੀਕਾ ਦਿੰਦਾ ਨਾ, ਉਹਨਾਂ ਆਪਣਾ ਇੱਕ ਕਿਸਾਨ 2 ਕਿੱਲੇ ਵਾਲਾ ਸਾਲ 'ਚ ਕਮਾਉਂਦਾ ਹੈ। ਇਹ ਲੌਜੀਕਲ ਫੈਕਟ ਆ ਦੁਨੀਆ ਦਾ। ਸਰਕਾਰਾਂ ਦਾ ਕੰਮ ਹੁੰਦਾ ਕਿਸਾਨਾਂ ਨੂੰ ਮਾਰਕੀਟ ਨਾਲ ਜੋੜਨਾ। ਅਸੀਂ ਲਿਆ ਰਹੇ ਹਾਂ ਥਿੰਗਸ ਇਨ ਪਲੇਸ ਜਿੱਥੇ ਆਪਾਂ ਕਿਸਾਨ ਦੀ ਪ੍ਰੋਡਿਊਸ ਸਿੱਧੀ ਐਮਐਸਪੀ ਜਿਹੜਾ ਰਾਗ ਲਾਪਿਆ ਜਾ ਰਿਹਾ, ਐਮਐਸਪੀ ਤੁਹਾਨੂੰ ਮਾਰਕੀਟ ਨਾਲ ਨਹੀਂ ਜੋੜਨ ਦਿੰਦੀ। ਅਸੀਂ ਕਵਾਂਗੇ ਕਿ ਐਮਐਸਪੀ ਦੀ ਪ੍ਰੋਟੈਕਸ਼ਨ ਵੀ ਹੋਵੇ, ਕਿਸਾਨ ਨੂੰ ਉਹਦੇ ਥੱਲੇ ਨਾ ਮਿਲੇ। ਸਵਾਮੀਨਾਥਨ ਛੱਡੋ ਜੀ, ਸਾਰੀ ਦੁਨੀਆ ਜਹਾਨ ਦੀਆਂ ਰਿਪੋਰਟਾਂ ਕਹਿ ਰਹੀਆਂ ਨੇ ਆਪਣੀ ਕਿਸਾਨੀ ਦਾ ਬੁਰਾ ਹਾਲ ਹੈ। ਐਂਡ ਮੈਂ ਕੋਈ ਲੁਕਵਾਂ ਅਟੈਕ ਨਹੀਂ ਕਰ ਰਿਹਾ ਭਾਈ ਸਾਹਿਬ, ਮੈਂ ਸ਼ਰੇਆਮ ਕਹਿ ਰਿਹਾ ਕਿ ਮੈਂ ਆਪ ਕਿਸਾਨੀ ਕੀਤੀ ਹੈ, ਮੈਂ ਆਪ ਜ਼ਿਮੀਦਾਰ ਹਾਂ ਜੀ, ਆਪਣੇ ਹੱਥੀ ਵਾਹੀ ਕੀਤੀ ਹੈ। ਮੈਂ ਕਹਿ ਰਿਹਾ ਕਿ ਹੁਣ ਆਪਾਂ ਆਪਣੇ ਤਰੀਕੇ ਬਦਲੀਏ। ਮੈਂ ਕੋਈ ਲੁਕਵਾਂ ਅਟੈਕ ਨਹੀਂ ਕਰ ਰਿਹਾ, ਮੈਂ ਕਹਿ ਰਿਹਾ ਕਿ ਸਾਰੀ ਦੁਨੀਆ ਕਿਸਾਨ ਵੀਰਾਂ ਦੇ ਨਾਲ ਹੈ। ਜਿਹੜਾ ਰੋਟੀ ਖਵਾਉਂਦਾ ਉਹਦੇ ਖਿਲਾਫ ਕੋਈ ਨਹੀਂ ਹੋ ਸਕਦਾ। ਮੈਂ ਇਹ ਕਹਿ ਰਿਹਾ ਕਿ ਲੋਕਾਂ ਨੂੰ ਇਹ ਹੁਣ ਲੱਗ ਰਿਹਾ ਕਿ ਆਪਾਂ ਆਪਣੇ ਵੱਲੋਂ ਵੀ ਤਾਂ ਕੋਸ਼ਿਸ਼ ਹੋਵੇ ਨਾ। ਇੱਕ ਟਰਾਈਡ ਐਂਡ ਟੈਸਟਡ ਫਾਰਮੂਲਾ ਕਿ ਇੰਨਾ ਚਿਰ ਆ ਕਰ ਲੋ, ਉਦੋਂ ਬਾਅਦ ਮੈਂ ਕਹਿੰਦਾ ਉਹ ਫਾਰਮੂਲੇ ਚੋਂ ਪੰਜਾਬ ਸਰਕਾਰ ਕਰੀ ਬਾਹਰ ਨਿਕਲੋ। ਬੀਜੇਪੀ ਦੀ ਸੀਰੀਅਸਨੈਸ ਦੇਖੋ ਜੀ, ਟੈਣੀ ਹਲੇ ਵੀ ਮੰਤਰੀ ਹੈ, ਰੱਖਣਗੇ। ਇਹਨਾਂ ਦੀ ਐਰੋਗੈਂਸ ਠੋਕ ਕੇ ਰੱਖਣਗੇ। ਬਾਕੀ ਲੋਕਾਂ ਨੂੰ ਦਿਖਾ ਰਹੇ ਦੇਖਾ ਹਮਨੇ ਤੋਂ ਬਿਠਾਈ ਰੱਖਾ था। ਪਰ ਮੈਂ ਫੇਰ ਕਹਿ ਰਿਹਾ ਕਿ ਭਲਾ ਹੋਵੇ ਸੁਪਰੀਮ ਕੋਰਟ ਦਾ, ਭਲਾ ਹੋਵੇ ਆਪਣੀ ਜੁਡੀਸ਼ਰੀ ਦਾ, ਜਿਹੜੀ ਕਿ ਇਹਨਾਂ ਨੂੰ ਐਰੋਗੈਂਟ ਬੀਜੇਪੀ ਨੂੰ ਸ਼ੀਸ਼ਾ ਦਿਖਾਉਂਦੀ ਹੈ। ਤੀਜੀ ਗੱਲ, ਅਸੀਂ ਨਲਾਇਕੀ ਕੀਤੀ ਨਹੀਂ ਕੀਤੀ, ਸਾਈਨ ਕੀਤੇ ਬਿਨਾ ਹੋਇਆ ਨਹੀਂ ਹੋਇਆ। ਅਸੀਂ ਜੋ ਵਾਅਦੇ ਕੀਤੇ ਆ, ਜੋ ਮਾਨ ਸਾਹਿਬ ਨੇ ਕਿਹਾ, ਉੱਤੇ ਖੜੇ ਆ ਜੀ। ਇੱਕ ਦਿਨ ਨਹੀਂ, ਉਹ ਕਹਿੰਦੇ 1 ਸਾਲ ਹੋ ਗਿਆ, ਕਰੀਬ 1 ਸਾਲ ਹੋ ਗਿਆ, ਹੁਣ ਬਾਕੀ 4 ਵੀ ਨਿਕਲ ਜਾਣਗੇ ਕਿ ਉਹੀ ਗੱਲਾਂ ਨਾ ਰਹਿ ਜਾਣ ਫਿਰ ਦੁਬਾਰਾ ਕਿ ਕਰਾਂਗੇ, ਹੋਵੇਗਾ, ਹੋ ਜਾਏਗਾ। ਦੇਖੋ, ਇੱਕ ਹੁੰਦਾ ਗਲਾਸ ਅੱਧਾ ਖਾਲੀ ਦੇਖਣ ਦਾ, ਇੱਕ ਹੁੰਦਾ ਗਲਾਸ ਅੱਧਾ ਭਰਿਆ ਦੇਖਣ ਦਾ। ਮੈਨੂੰ ਜੋ ਪਤਾ ਹੈ, ਮੈਨੂੰ ਇਹ ਪਤਾ ਕਿ ਇੰਨੀ ਐਗਰੀ ਇੰਡਸਟਰੀ ਨਾਲ MOU ਸਾਈਨ ਕਰ ਰਹੀ ਹੈ ਪੰਜਾਬ ਸਰਕਾਰ ਕਿ ਕਣਕ ਝੋਨੇ ਦਾ ਆਪਾਂ ਤੋੜੀਏ ਸਰਕਲ। ਚਾਹੇ ਗਰੇਵਾਲ ਸਾਹਿਬ, ਉਹਨਾਂ ਦਾ ਤਰਕ ਇਹ ਵੀ ਹੈ ਕਿ ਅਸੀਂ 51 ਦਿਨ ਬੈਠੇ ਰਹੇ ਡੀਸੀ ਦਫ਼ਤਰ ਦੇ ਬਾਹਰ। ਜਿਹੜੀ ਤੁਸੀਂ ਐਗਰੀ ਇੰਡਸਟਰੀ ਦਾ ਜ਼ਿਕਰ ਕਰ ਰਹੇ ਹੋ, ਗੱਲ ਕਰਕੇ ਉਹਨਾਂ ਨੂੰ ਕਹਿ ਦਿੰਦੇ ਕਿ ਤੁਸੀਂ ਰੁਕੋ 6 ਮਹੀਨੇ ਜਾਂ 1 ਸਾਲ ਰੁਕੋ, ਇੰਡਸਟਰੀ ਕੋਈ ਬਹੁਤ ਵੱਡੀ ਆ ਰਹੀ ਹੈ, ਸਭ ਹੱਲ ਕਰ ਦੇਵਾਂਗੇ। ਉਹ ਕਹਿੰਦੇ ਗੱਲ ਹੀ ਨਹੀਂ ਕਰਨਾ ਆਇਆ ਕੋਈ ਚੱਜ ਨਾਲ। ਛੋਟੀ ਸਾਰੇ ਪੰਜਾਬ ਮੰਗਾਂ ਤੁਹਾਡੀਆਂ ਕੇਂਦਰ ਨਾਲ ਨੇ। ਬੈਠੇ ਤੁਸੀਂ ਪੰਜਾਬ ਦੇ ਡੀਸੀ ਦੇ ਬਾਹਰ, ਅਸੀਂ ਕੇਂਦਰ ਵੱਲੋਂ ਕਿਵੇਂ ਬੋਲ ਦਈਏ? ਮੰਗਾਂ ਤੁਹਾਡੀਆਂ ਮੈਜੋਰਟੀ ਕੇਂਦਰ ਵੱਲ ਨੇ, ਤੁਸੀਂ ਬੈਠੇ ਡੀਸੀ ਦੇ ਬਾਹਰ ਹੋ। ਮੈਂ ਤਾਂ ਇਹ ਕਹਿ ਰਿਹਾ ਕਿ ਚੁਟਕੀਆਂ ਤੁਸੀਂ ਮਾਰੀਆਂ ਸੀ, ਯਾਦ ਕਰੋ। ਧਾਲੀਵਾਲ ਸਾਹਿਬ ਥੋੜਾ ਜਿਹਾ ਵੇਟ ਕਰਿਓ ਪਲੀਜ਼, ਮੈਂ ਤੁਹਾਡੇ ਕੋਲ ਆ ਰਿਹਾ। ਮੈਂ ਇੱਕ ਵਾਰੀ ਰੁਕ ਕਰ ਲਵਾਂ। ਸਾਡੇ ਨਾਲ ਪੰਦੇਰ ਸਾਹਿਬ ਲਗਾਤਾਰ ਜੁੜੇ ਹੋਏ ਨੇ, ਕੁਝ ਕਹਿਣਾ ਵੀ ਚਾਹ ਰਹੇ ਨੇ। ਪੰਦੇਰ ਸਾਹਿਬ। ਹਾਂ, ਦੇਖੋ ਜਿਹੜੀ ਗੱਲ ਆਮ ਆਦਮੀ ਦੇ ਬੁਲਾਰੇ ਕਹਿ ਰਹੇ ਨੇ ਵੀ ਅਸੀਂ ਮਾਰਕੀਟ ਨਾਲ ਜੋੜਨਾ ਚਾਹੁੰਦੇ ਆ, ਇਹ ਗੱਲਾਂ ਖੁਦ ਬੀਜੇਪੀ ਤੇ ਪ੍ਰਧਾਨ ਮੰਤਰੀ ਜੀ ਗੱਲਾਂ ਕਰਦੇ ਰਹੇ ਨੇ। ਉਹ ਸਾਨੂੰ ਕਿਹੜਾ ਫਾਰਮੂਲਾ ਉਹਨਾਂ ਕੋਲ ਲੌਜਿਕ ਹੈ, ਅਸੀਂ ਲੌਜਿਕ ਨਾਲ ਜਵਾਬ ਦੇਵਾਂਗੇ। ਤੁਸੀਂ ਡਿਬੇਟ ਰੱਖ ਲਿਓ,
ਵੀ ਕਿਹੜੀ ਐਗਰੀ ਇੰਡਸਟਰੀ ਆ। ਜਿੰਨਾ ਚਿਰ ਕਿਸੇ ਵੀ ਦੁਨੀਆ ਦੇ ਵਿੱਚ ਪੈਦਾ ਕਰਨ ਵਾਲੇ ਨੂੰ ਤੁਸੀਂ ਕੱਲਾ ਐਮਐਸਪੀ ਨਹੀਂ, ਐਮਐਸਪੀ ਦਾ ਪਹਿਲਾਂ ਵੀ ਸੈਂਟਰ ਦੇ ਰਹੀ ਆ, ਅਸਲ ਫਸਲਾਂ ਦੀ ਖਰੀਦ ਨਹੀਂ ਕਰਦੀ ਹੈਗੀ। ਜਿੱਦਣ ਤੁਸੀਂ ਮੂੰਗੀ ਦੇ ਭਾਅ ਦਿੱਤੇ ਸੀ ਵੀ ਅਸੀਂ ਮੂੰਗੀ ਨੂੰ ਖਰੀਦਾਂਗੇ, ਕੀ ਉਦੋਂ ਤੁਹਾਨੂੰ ਐਗਰੀ ਇੰਡਸਟਰੀ ਦਾ ਨਹੀਂ, ਤੁਸੀਂ ਬਾਜ਼ਾਰ ਦੀ ਬੋਲੀ, ਕਾਰਪੋਰੇਟ ਦੀ ਬੋਲੀ ਬੋਲ ਰਹੇ ਜੇ। ਅਸੀਂ ਨਹੀਂ ਕਹਿੰਦੇ ਕਿਸੇ ਵੀ ਕਿਸਾਨ ਨੂੰ ਜਿੰਨਾ ਚਿਰ ਫਸਲ ਦੀ ਖਰੀਦ ਦੀ ਗਰੰਟੀ ਨਾ ਹੋਊ ਮੰਡੀ ਦੇ ਵਿੱਚ ਉਹ ਚੱਲ ਨਹੀਂ ਸਕਦਾ। ਕੀ ਸਾਡੀਆਂ ਸਬਜ਼ੀਆਂ ਮਾਰਕੀਟ ਨਾਲ ਨਹੀਂ ਜੁੜੀਆਂ ਹੋਈਆਂ? ਸਾਡਾ ਤੇਲ ਵੀ ਪ੍ਰਾਈਵੇਟ ਵੇਚਦਾ, ਉਹ ਮਾਰਕੀਟ ਨਾਲ ਜੁੜਿਆ ਹੈਗਾ। ਬਾਕੀ ਕਣਕ ਝੋਨੇ ਨੂੰ ਛੱਡ ਕੇ ਬਾਕੀ ਸਾਰੀ ਚੀਜ਼ਾਂ ਪ੍ਰਾਈਵੇਟ ਵੇਚ ਰਹੀ ਹੈਗੀ ਆ। ਕੀ ਸ਼ਹਿਦ ਫਾਰਮ ਵਾਲੇ ਆਪਣੀ ਗੱਲ ਦੇ ਵਿੱਚ ਉਹ ਕਹਿੰਦੇ ਮੈਂ ਕਿਸਾਨ ਦਾ ਪੁੱਤ ਆ। ਗਰੇਵਾਲ ਜੀ ਨੇ ਆਪਣੀ ਗੱਲ ਦੇ ਵਿੱਚ ਕਿਹਾ ਕਿ ਜਿਹੜਾ ਐਮਐਸਪੀ ਵਾਲਾ ਹੈ ਉਹ ਕੰਮ ਰਹੇ, ਪਰ ਮਾਰਕੀਟ ਦੇ ਨਾਲ ਸਿੱਧਾ ਵੀ ਜੋੜ ਦਿਓ ਕਿ ਜੇ ਮਾਰਕੀਟ ਦੇ ਵਿੱਚ ਨਹੀਂ ਵਿਕ ਰਿਹਾ ਤਾਂ ਐਮਐਸਪੀ ਦੇ ਉੱਤੇ ਸਰਕਾਰ ਖਰੀਦ ਲਵੇ। ਕਿ ਅਜਿਹਾ ਕੋਈ ਸਿਸਟਮ ਹੋ ਜਾਏ, ਤੁਹਾਨੂੰ ਲੱਗਦਾ ਕਿ ਹੋ ਸਕਦਾ? ਮੈਂ ਉਹਦਾ ਕਮੈਂਟ ਦੇਣਾ ਚਾਹਣਾ। ਮੈਂ ਆ ਰਿਹਾ ਕੁਲਦੀਪ ਜੀ, ਮੈਂ ਤਾਂ ਠੀਕ ਹੈ, ਮੈਂ ਤਾਂ ਦੂਜੇ ਐਗਜ਼ਾਮਪਲਾਂ ਦੇ ਰਿਹਾ। ਸ਼ਹਿਦ ਫਾਰਮ ਦਾ ਕਿੱਤਾ ਲੁਧਿਆਣੇ ਦੇ ਲਾਗੇ ਦਰਾਹੇ 'ਚ ਆ, ਉਹ ਸਿੱਧਾ ਮਾਰਕੀਟ ਨਾਲ ਹੀ ਜੁੜਿਆ ਹੋਇਆ, ਉਹ ਰੋ ਰਹੇ ਨੇ ਕਿਸਾਨ। ਸਾਡਾ ਡੇਅਰੀ ਫਾਰਮ ਜੁੜਿਆ ਹੋਇਆ, ਪ੍ਰਾਈਵੇਟ ਖੇਤਰ ਦੇ ਵਿੱਚ ਅਸੀਂ ਮਾਰਕੀਟ ਨਾਲ ਹੀ ਲਿੰਕਡ ਹੈਗੇ ਨਾ। ਇਹ ਜਿਹੜੀ ਅੱਜ ਵੀ ਕੋਈ ਹੋਰ ਜਿਹੜੀਆਂ ਪ੍ਰਾਈਵੇਟ ਜਾਂ ਨੈਸਲੇ ਆਈ ਪੰਜਾਬ ਦੇ ਵਿੱਚ, ਆਪਣੀ ਦੁੱਧ ਦੀਆਂ 2-3 ਹੈਗੀਆਂ, ਮਦਰ ਡੇਅਰੀ ਆ, ਇਹ ਪ੍ਰਾਈਵੇਟ ਮਾਰਕੀਟ ਨਹੀਂ ਹੈਗੀ ਐਗਰੋ ਇੰਡਸਟਰੀ। ਕਿ ਕੀ ਬਣ ਰਿਹਾ ਕਿਸਾਨ ਦਾ? ਸੋ ਗੱਲਾਂ ਕਰਿਆ ਨਹੀਂ, ਅਸਲ ਵਿੱਚ ਹਕੀਕਤ ਵਿੱਚ ਕੁਝ ਕਰਕੇ ਵਿਖਾ ਲਓ। ਤੁਸੀਂ ਕਹੋ ਸਾਡੇ ਕਿਸਾਨ, ਇਹਦਾ ਅਸੀਂ ਜਵਾਬ ਦਾਂਗੇ। ਪਤਾ ਲੱਗੂ ਜਦੋਂ ਤੁਸੀਂ 2023 ਆਓਗੇ ਕਿੰਨਾ ਦੇ ਖਿਲਾਫ ਹੈ ਕਿਸਾਨ। ਸੈਂਟਰ ਸਰਕਾਰ ਦੇ ਖਿਲਾਫ ਬੈਠੇ ਸੀ, ਤੁਹਾਡੀ ਆਵਾਜ਼ ਤਗੜੀ ਆ। ਤੁਸੀਂ ਸਰਕਾਰ 'ਚ ਜੇ ਤੁਹਾਨੂੰ ਅੱਜ ਚੇਤਾ ਨਹੀਂ ਰਹੇ, ਕਿਉਂ ਨਹੀਂ? ਆ ਗੰਨੇ ਦਾ ਬਕਾਇਆ ਕਿਹਨਾਂ ਨੇ ਦੇਣਾ ਮੈਨੂੰ ਦੱਸਣ? ਜਿਹੜਾ ਰਿਕਵਾਇਰ ਕਰ ਰਿਹਾ ਨਹੀਂ, ਭਾਰਤ ਮਾਲਾ ਦੇ ਵਿਰੋਧਤਾ ਨਹੀਂ ਰਹੇ, ਭਾਰਤ ਮਾਲਾ ਦੇ ਪੈਸੇ ਇਹਨਾਂ ਦੇਣੇ ਨੇ। ਇਹ ਪੰਜਾਬ ਸਰਕਾਰ ਨੇ ਰਿਕਵਾਇਰ ਕਰਕੇ ਜ਼ਮੀਨਾਂ ਪੈਸੇ ਵੰਡਣੇ ਨੇ, ਉਹਦੇ ਪੈਸੇ ਕਿੰਨਾ ਦੇਣੇ ਨੇ ਬਈ? ਇਹ ਇਹਨਾਂ ਦੇ ਨਹੀਂ ਹੈਗਾ। ਚਲੋ ਮੈਂ ਜਵਾਬ ਲੈ ਲਵਾਂ ਇੱਕ ਵਾਰੀ। ਗਰੇਵਾਲ ਸਾਹਿਬ ਥੋੜਾ ਜਿਹਾ ਵੇਟ ਕਰੋ, ਇੱਕ ਵਾਰੀ ਕੁਲਦੀਪ ਜੀ ਦਾ ਵੀ ਕਮੈਂਟ ਆਪਾਂ ਐਡ ਕਰਵਾਈਏ ਵਿੱਚ, ਇਕੱਠੇ ਜਵਾਬ ਦੇ ਦਿਓ। ਕੁਲਦੀਪ ਜੀ। ਮੈਂ ਗੌਰਵ ਜੀ ਪਹਿਲਾਂ ਤਾਂ ਅੱਜ ਬੜਾ ਧੰਨਵਾਦੀ ਹਾਂ ਤੁਹਾਡਾ ਕਿ ਅੱਜ ਤੁਹਾਡੇ ਚੈਨਲ ਤੇ ਪਰਦਾਫਾਸ਼ ਹੋ ਗਿਆ ਆਮ ਆਦਮੀ ਪਾਰਟੀ ਦਾ। ਇਹ ਕਹਿੰਦੇ ਕੇਂਦਰ ਦੇ ਖਿਲਾਫ ਤਾਂ ਜਿਹੜੇ ਧਰਨੇ ਲੱਗੇ ਸੀ ਉਹ ਠੀਕ ਸੀ, ਪੰਜਾਬ 'ਚ ਧਰਨੇ ਨਾ ਦਿਓ, ਉੱਥੇ ਧਰਨਿਆਂ ਦੀ ਨੀਤੀ ਤੇ ਨਹੀਂ ਆਉਦੇ। ਦੂਜੇ ਪਾਸੇ ਜਿਹੜਾ ਇਹ ਅੱਜ ਕ੍ਰਿਸ਼ੀ ਬਿੱਲਾਂ ਨੂੰ ਖੁਦ ਗਰੇਵਾਲ ਸਾਹਿਬ ਕਹਿ ਰਹੇ ਆ ਕਿ ਖੇਤੀ ਸੁਧਾਰ ਬਿੱਲ ਸਹੀ ਸੀ, ਮਾਰਕੀਟ ਨਾਲ ਜੋੜਨਾ ਸਹੀ ਸੀ। ਉਹ ਪੰਧੇਰ ਸਾਹਿਬ ਨੇ ਵੀ ਕਹਿੰਦਾ ਜਿਵੇਂ ਮੋਦੀ ਸਾਹਿਬ ਕਹਿੰਦੇ ਸੀ ਉਵੇਂ ਤੁਸੀਂ ਕਰੀ ਜਾਂਦੇ ਹੋ। ਇਹ ਅੱਜ ਆਪ ਡਿਫੈਂਡ ਕਰ ਰਹੇ ਆ ਖੇਤੀ ਸੁਧਾਰ ਬਿੱਲਾਂ ਨੂੰ, ਫਿਰ ਵਾਪਸ ਕਰਾਉਣ ਦੀ ਕੀ ਲੋੜ ਸੀ ਭਾਈ? ਉਹ ਐਮਐਸਪੀ ਮੰਗਦੇ ਅਗਲੇ ਸਿੱਧਾ ਕਾਮਰੇਡਾਂ ਵਾਲਾ, ਜੋ ਪੰਜਾਬ 'ਚ ਜਿਹੜਾ ਚੁਟਕੀਆਂ ਮਾਰਦੇ ਸੀ ਦੇਵਾਂਗੇ, ਸਾਰੀ ਫਸਲ ਚੱਕੋ ਪੰਜਾਬ ਦੀ, ਤੁਹਾਨੂੰ 92 ਐਮਐਲਏ ਦਿੱਤੇ ਆ। ਹੁਣ ਇੱਧਰ ਉਧਰ ਕੀ ਬਾਤ ਨਾ ਕਰ, ਸੀधी ਐਮਐਸਪੀ ਦੇ। ਹੁਣ 2 ਮੂੰਗੀ ਚੱਕਣ ਤੋਂ ਅਸੀਂ ਭੱਜ ਗਏ, ਤੁਸੀਂ ਤਾਂ ਇਕੱਲੀ ਮੂੰਗੀ ਨਹੀਂ ਚੱਕ ਸਕੇ, 23 ਫਸਲਾਂ ਤੁਸੀਂ ਕਿੱਥੋਂ ਚੱਕੋਗੇ? ਇਹ ਜਿਹੜਾ ਇਹਨਾਂ ਨੇ ਬਿੱਲਾਂ ਦੇ ਖਿਲਾਫ ਲੋਕਾਂ ਨੂੰ ਗੁੰਮਰਾਹ ਕੀਤਾ, ਅੱਜ ਤੁਸੀਂ ਸਾਰੇ ਦੇਸ਼ ਦੇ ਅੱਜ ਧਰਨੇ ਲੱਗੇ ਆ ਪੰਜਾਬ ਦੇ ਵਿੱਚ ਐਮਐਸਪੀ ਵਾਸਤੇ। ਸਾਰਾ ਦੇਸ਼ ਵੀ ਜਿਹੜਾ ਹੈਗਾ ਉਹਨਾਂ ਨੂੰ ਵੀ ਲੋੜ ਹੈ ਐਮਐਸਪੀ ਦੀ। ਉੱਥੋਂ ਦਾ ਕਿਸਾਨ ਕਿਉਂ ਨਹੀਂ ਬੋਲਦਾ? ਉਹ ਬਿੱਲਾਂ ਨੂੰ ਸਹੀ ਗਿਣਦਾ ਸੀ, ਖੇਤੀ ਸੁਧਾਰ ਬਿੱਲ ਸਹੀ ਆਏ ਸੀ। ਠੀਕ ਹੈ, ਆਪਾਂ ਜਵਾਬ ਲੈ ਲਈਏ ਗਰੇਵਾਲ ਸਾਹਿਬ, ਪ੍ਰਮਾਣਿਤ ਹੋ ਗਿਆ ਤੁਹਾਡੇ ਚੈਨਲ ਤੇ। ਠੀਕ ਹੈ, ਜਵਾਬ ਲੈ ਲਈਏ ਗਰੇਵਾਲ ਸਾਹਿਬ। ਜਵਾਬ ਇਹ ਹੈ, ਦੇਖੋ ਹੁਣ ਪਲੀਜ਼ ਮੈਨੂੰ ਡਿਸਟਰਬ ਨਾ ਕਰਨ ਧਾਲੀਵਾਲ ਸਾਹਿਬ। स्वदेशी जागरण मंच एक ना आरएसएस की शाखा है बीजेपी वांगू, उस मंच ने भी इन्हां बिलों का विरोध किया सी। पहली गल कामरेडां नहीं छड्डो, पहली गल। दूजी गल जिहड़े बिल आए सी वो मोनोपलियां लियाउंदे सी, वो पहला इत्थे साइलो बन गए सी, फिर वो बिल लियाए गए, उन्हां नूं पहला किया गया सी, तां वो बिल गलत सी। थर्डली असीं मैं एक गल कहना किसान वीरां नूं कह रहे हैं कि देखो, मैं तुहानूं कह रहा, तुसीं कहता जी मदर डेयरी आ गई, फलाना आ गया, मैं तुहानूं कह रहा कि लेट्स ग्रो एन इमेजिनेशन। सारे पंजाब च स्टोर खुल रहे हैं, मार्कफेड दे, मिल्कफेड दे, पंजाब एग्रो दे वधिया स्टोर खुल रहे हैं जिथे कि किसानों की प्रोड्यूस सीधी बेची जाऊगी। सारे पंजाब च हर जिले च एक स्टोर अगले 2-3 महीनों च आ रहा है। पहली गल ਉਹਦੇ ਚ ਅਸੀਂ ਕਿਸਾਨਾਂ ਦੀ ਪ੍ਰੋਡਿਊਸ ਸਿੱਧੀ ਖੇਤ ਚੋਂ ਚੱਕ ਕੇ ਲੋਕਾਂ ਨੂੰ ਵੇਚਾਂਗੇ। ਸਰਕਾਰ ਇੱਕ ਬਫਰ ਦਾ ਕੰਮ ਕਰੂਗੀ। ਪਹਿਲੀ ਡਿਫਰੈਂਸ, ਪਹਿਲਾ ਮਾਰਕੀਟ ਨਾਲ ਜੋੜਨਾ, ਦੂਜਾ ਮਾਰਕੀਟ ਨਾਲ ਜੋੜਨਾ ਜਿਹੜੇ ਫਲਾਵਰ ਸੀਡਸ ਜਿਹੜੀਆਂ ਹੋਰ ਤੁਸੀਂ ਸ਼ਹਿਦ ਦੀ ਗੱਲ ਕੀਤੀ ਸਰ, ਸ਼ਹਿਦ ਦੇ ਸਭ ਤੋਂ ਵੱਡੇ ਪ੍ਰੋਡਿਊਸਰ ਅੱਜ ਪੰਜਾਬ ਸਰਕਾਰ ਕੋਲ ਇੱਕ ਪ੍ਰਪੋਜ਼ਲ ਲੈ ਕੇ ਆਏ ਹੈ ਕਿ ਅਸੀਂ ਇੰਨਾ ਕੁ ਐਕਸਪੈਂਡ ਕਰਦੇ ਹਾਂ, ਤੁਸੀਂ ਕੋਆਪਰੇਟਿਵ ਰਾਹੀਂ ਕਿਸਾਨਾਂ ਨੂੰ ਇੰਨੇ ਤੁਸੀਂ ਲੋਨ ਦਵਾ ਦਿਓ। ਪੰਜਾਬ ਸਰਕਾਰ ਉੱਤੇ ਵਿਚਾਰ ਕਰ ਰਹੀ ਹੈ। ਨੰਬਰ 3 ਖੁੰਬਾਂ ਨੂੰ ਉਗਾਉਣ ਵਾਲੇ, ਨੰਬਰ 4 ਅੰਜੀਰ ਉਗਾਉਣ ਵਾਲੇ, ਨੰਬਰ 5 ਫਲਾਵਰ ਸੀਡ ਬਣਾਉਣ ਵਾਲੇ ਜਿਹੜਾ 1-1 ਕਿੱਲੇ ਦਾ 7-7 ਲੱਖ ਰੁਪਇਆ ਬਚਦਾ। ਅਸੀਂ ਇਹ ਸੋਚ ਰਹੇ ਕਿ ਸਾਡੇ ਕਿਸਾਨ ਹੋਲਡਿੰਗ 5 ਏਕੜ ਤੋਂ ਘੱਟ ਹੈ, ਅਸੀਂ ਉਹਨੂੰ ਮਾਰਕੀਟ ਨਾਲ ਜੋੜ ਕੇ ਪ੍ਰੋਫਿਟੇਬਲ ਬਣਾਈਏ। ਬੀਜੇਪੀ ਕਿਸੇ ਗੱਲ ਦਾ ਜਵਾਬ ਨਾ ਦੇ।
ਕੁਛ ਨਾ ਕਹਿਣ। ਨਹੀਂ ਪਰ ਗਰੇਵਾਲ ਸਾਹਿਬ ਆਪਣੇ ਇਹ ਜਿਹੜੀਆਂ ਤੁਸੀਂ ਗੱਲਾਂ ਕਰ ਰਹੇ ਹੋ, ਜਿਹੜੇ ਤੁਸੀਂ ਪੁਆਇੰਟ ਜਾਂ ਫਸਲਾਂ ਦਾ ਜ਼ਿਕਰ ਕਰ ਇਹੀ ਕੰਮ ਦਿੱਤਾ, ਤਾਂ ਇਹ ਸਾਡੇ ਕਿਸਾਨਾਂ ਨੂੰ ਪਿੰਡ ਕਿਉਂ ਨਹੀਂ ਕਹਿੰਦੇ ਸਮਝਾ ਪਾਏ ਤੁਸੀਂ? ਜਾਂ ਤਾਂ ਉਹਨਾਂ ਨੂੰ ਜਾ ਕੇ ਦੱਸੋ ਜਾਂ ਕੋਈ ਮੀਟਿੰਗ ਕਰ ਲਓ, ਜੇਕਰ ਉਹ ਧਰਨੇ ਪ੍ਰਦਰਸ਼ਨ ਕਰ ਰਹੇ ਨੇ ਉਹਨਾਂ ਨੂੰ ਸਮਝਾਓ ਕਿ ਰੁਕੋ 6 ਮਹੀਨੇ ਸਾਲ ਦੇ ਵਿੱਚ ਇੱਕ ਸਭ ਕੁਝ ਦਰੁਸਤ ਕਰ ਦੇਵਾਂਗੇ ਜਾਂ ਹੋ ਜਾਏਗਾ। ਤੁਸੀਂ ਗੌਰਵ ਜੀ ਇੱਕ ਚੀਜ਼ ਮੈਂ ਹੁਣ ਇਹ ਸਾਰੀ ਡਿਸਕਸ਼ਨ 'ਚ ਇੱਕ ਚੀਜ਼ ਕਲੀਅਰ ਕਰਦਾ, ਕਿਸਾਨਾਂ ਨਾਲ ਜੋ ਅਸੀਂ ਗੱਲ ਕੀਤੀ ਅਸੀਂ ਮੁਕਰੇ ਨਾ ਕਿਸਾਨ ਮੁਕਰੇ ਨਾ, ਕਿਸਾਨ ਕਹਿ ਰਹੇ ਕਿ ਅਸੀਂ ਨਹੀਂ ਕਿਹਾ ਕੁਝ, ਅਸੀਂ ਸਾਰੀਆਂ ਗੱਲਾਂ ਕੀਤੀਆਂ ਨੇ। ਠੀਕ ਹੈ। ਦੂਜੀ ਗੱਲ, ਨਾ ਤਾਂ ਬੀਜੇਪੀ ਜਵਾਬ ਦੇ ਰਹੀ ਹੈ, ਠੀਕ ਹੈ ਜੀ, ਬੀਜੇਪੀ ਤਾਂ ਪੰਜਾਬ ਸਰਕਾਰ ਵੱਲ ਮੂੰਹ ਕਰ ਦਿੰਦੇ ਆ, ਪਰ ਕਿਸਾਨ ਵੀਰ ਵੀ ਦੱਸਣ ਕਿ ਮੁੱਦਾ ਤਾਂ ਸੈਂਟਰ ਨਾਲ ਹੈ, ਅਸੀਂ ਤਾਂ ਤੁਹਾਡੀ ਮਦਦ ਕਰਨ ਨੂੰ ਤਿਆਰ ਹਾਂ, ਸਾਡੇ ਨਾਲ ਗੱਲ ਕਰ ਲਓ ਵੀਰੋ। ਜਿਹੜੀ ਚੁਟਕੀਆਂ ਨਹੀਂ ਮਾਰੀਆਂ ਸੀ, ਚੁਟਕੀਆਂ ਤੁਸੀਂ ਮਾਰੀਆਂ ਸੀ। ਔਰ ਕੁਲਦੀਪ ਧਾਲੀਵਾਲ ਜੀ, ਚਲੋ ਮੈਂ ਹੁਣ ਤੁਹਾਡੇ ਵਾਲੇ ਪਾਸੇ ਆਵਾਂ, ਮੈਂ ਉਸ ਤੋਂ ਬਾਅਦ ਪੰਡੇਰ ਸਾਹਿਬ ਦਾ ਰੁਖ ਕਰਦਾ। ਇੱਕ ਸੈਕਿੰਡ ਕੁਲਦੀਪ ਜੀ, ਇੱਕ ਸੈਕਿੰਡ। ਸਵਾਲ ਸੁਣ ਲਓ ਸਰ, ਸਵਾਲ ਸੁਣ ਲਓ, ਤੁਸੀਂ ਜਵਾਬ ਦਿਓ। ਦੇਖੋ ਆਪਸੀ ਤਕਰਾਰ ਦੇ ਵਿੱਚ ਲੋਕਾਂ ਦੀ ਗੱਲ ਕਿਤੇ ਰਹਿ ਨਾ ਜਾਵੇ, ਉਹ ਜ਼ਰੂਰੀ ਹੈ। ਪਲੀਜ਼ ਕੁਲਦੀਪ ਜੀ, ਸਵਾਲ ਇਹ ਹੈ, ਇੱਕ ਸੈਕਿੰਡ, ਸਵਾਲ ਇਹ ਹੈ ਐਮਐਸਪੀ ਦੀ ਜ਼ਿੰਮੇਵਾਰੀ ਸੈਂਟਰ ਦੀ ਹੈ ਕਿ ਨਹੀਂ ਹੈ? ਕੁਲਦੀਪ ਜੀ ਤੁਸੀਂ ਮੰਨਦੇ ਹੋ ਕਿ ਨਹੀਂ ਹੈ? ਜੇ ਐਮਐਸਪੀ ਦੀ ਸੈਂਟਰ ਦੀ ਜ਼ਿੰਮੇਵਾਰੀ ਹੈ ਤਾਂ ਫਿਰ ਸਵਾਲ ਕਿਸ ਨੂੰ ਹੋਣ? ਤੁਹਾਨੂੰ ਹੋਣ ਕਿ ਨਾ ਹੋਣ? ਬੀਜੇਪੀ ਨੂੰ ਹੋਣ ਕਿ ਨਾ ਹੋਣ? ਦੇਖੋ ਸੈਂਟਰ ਨੇ ਜੋ ਜ਼ਿੰਮੇਵਾਰੀ ਚੱਕੀ ਹੈ, ਫਾਰਮੂਲਾ ਮਾਨਯੋਗ ਮੋਦੀ ਜੀ ਨੇ ਆ ਕੇ ਬਣਾਇਆ, ਉਦੋਂ ਪਹਿਲਾਂ ਐਮਐਸਪੀ ਦਾ ਕੋਈ ਫਾਰਮੂਲਾ ਨਹੀਂ ਸੀ। ਅੱਜ ਕਮੇਟੀ ਵੀ ਬਣੀ ਹੈ ਔਰ ਅਸੀਂ ਉਸ ਪਾਸੇ ਨੂੰ ਸੰਘਰਸ਼ੀਲ ਹਾਂ, ਪਰ ਪੰਜਾਬ ਸਰਕਾਰ ਐਮਐਸਪੀ ਤੇ ਬਣੀ ਹੈ। ਪੰਜਾਬ ਸਰਕਾਰ ਨੇ ਵਾਅਦਾ ਕੀਤਾ ਸੀ ਤਾਂ 92 ਐਮਐਲਏ ਦਿੱਤੇ ਇਹਨਾਂ ਨੂੰ, ਉਹਨਾਂ ਨੇ ਕਿਹਾ ਸੀ ਅਸੀਂ ਚੁਟਕੀਆਂ 'ਚ ਆਉਣ ਸਾਰ, ਉਹ ਵੀਡੀਓ ਸਾਰੇ ਜਾਣਦੇ ਆ। ਔਰ ਅੱਜ ਗਰੇਵਾਲ ਸਾਹਿਬ ਕਹਿੰਦੇ ਅਸੀਂ ਪ੍ਰਾਈਵੇਟ ਲੋਕਾਂ ਨਾਲ ਜੋੜ ਮੈਂ ਦੁਬਾਰਾ ਸਵਾਲ ਪੁੱਛ ਰਿਹਾ, ਤੁਹਾਨੂੰ ਲੱਗਦਾ ਕਿ ਜੇ ਸਰਕਾਰ ਪੰਜਾਬ ਸਰਕਾਰ ਉਹ ਜਵਾਬ ਦੇਣਗੇ, ਉਹਨਾਂ ਦਾ ਕੰਮ ਹੈ ਜਵਾਬ ਦੇਣਾ, ਪਰ ਮੈਂ ਫਿਰ ਵੀ ਸਵਾਲ ਪੁੱਛ ਰਿਹਾ ਕੁਲਦੀਪ ਜੀ। ਮੇਰਾ ਸਵਾਲ ਇਹ ਹੈ ਕਿ ਜੇ ਪੰਜਾਬ ਸਰਕਾਰ ਨੇ ਆਪਣੇ ਮੈਨੀਫੈਸਟੋ ਜਾਂ ਫਿਰ ਜਦੋਂ ਇਲੈਕਸ਼ਨ ਸੀ ਉਸ ਸਮੇਂ ਕਿਸੇ ਆਗੂ ਨੇ ਬਿਆਨ ਦਿੱਤਾ ਸੀ, ਸੈਂਟਰ ਦੀ ਜ਼ਿੰਮੇਵਾਰੀ ਤਾਂ ਵੀ ਰਹਿਣੀ ਹੈ ਨਾ। ਗੌਰਵ ਜੀ ਅਸੀਂ ਕੰਮ ਕਰ ਰਹੇ ਹਾਂ, ਅਸੀਂ ਸਟੈਪ ਚੱਕੇ ਹੋਏ ਔਰ ਅਸੀਂ ਉਸ ਪਾਸੇ ਨੂੰ ਜਿਹੜਾ ਅਸੀਂ ਪਹਿਲਾਂ ਸਟੈਪ ਚੱਕਿਆ ਸੀ ਉਦੋਂ ਆਹੀ ਗਰੇਵਾਲ ਸਾਹਿਬ ਕਿਸਾਨ ਕਿਉਂ ਨਹੀਂ ਸਮਝ ਪਾ ਰਹੇ ਹੋ? ਮੈਂ ਤਾਂ ਵਾਰ-ਵਾਰ ਉਹੀ ਗੱਲ ਪੁੱਛ ਰਿਹਾ, ਕਿਸਾਨ ਅੰਦੋਲਨ ਦੇ ਦੌਰਾਨ ਵੀ ਸੇਮ ਸਵਾਲ ਸੀ। ਪੰਡੇਰ ਸਾਹਿਬ ਬੈਠੇ, ਉਹਨਾਂ ਨੂੰ ਸਮਝਾ ਦਿਓ ਤੁਸੀਂ ਜਿਹੜੇ ਸਟੈਪ ਚੁੱਕ ਰਹੇ ਹੋ। ਮੈਂ ਤਾਂ ਕਹਿੰਦੇ ਸਿੱਧਾ ਤੁਹਾਡੀ ਆਵਾਜ਼ ਜਾਰੀ ਹੋਣ ਤੱਕ। ਹਾਂ ਬਿਲਕੁਲ, ਮੈਂ ਜਿਹੜੀ ਗੱਲ ਕਹੀ ਹੈ, ਕਿਉਂਕਿ ਇਹ ਜਿਹੜਾ ਡਿਫਿਕਲਟੀ ਇਸੇ ਗੱਲ ਦੇ ਵਿੱਚ ਹੈ, ਪੰਡੇਰ ਸਾਹਿਬ ਚਾਹੁੰਦੇ ਹੈ ਕਿ ਹਰ ਫਸਲ ਸਰਕਾਰ ਚੁੱਕੇ ਤੇ ਆਪਦੇ ਕੋਲ ਸਟਾਕ ਕਰਕੇ ਅੱਗੇ ਵੇਚੇ। ਠੀਕ ਹੈ, ਉਹਨਾਂ ਦੀ ਐਕਸਪੈਕਟੇਸ਼ਨ ਇਹ ਹੈ। ਸਰਕਾਰਾਂ ਜਿਹੜੀਆਂ ਹੈਗੀਆਂ ਉਹ ਚਾਹੁੰਦੀਆਂ ਵੀ ਅਸੀਂ ਗਾਰੰਟੀ ਕਰ ਦਿਆਂਗੇ ਸਰਕਾਰ ਉਦੋਂ ਘੱਟ ਤੇ ਵਪਾਰੀ ਨਾ ਖਰੀਦੇ, ਉਹਦੇ ਵਿਚਾਲੇ ਨੈਗੋਸ਼ੀਏਸ਼ਨ ਹੋ ਰਹੀ ਹੈ, ਉਹਦੇ ਕਰਕੇ ਟਾਈਮ ਲੱਗ ਰਿਹਾ। ਕਿਉਂਕਿ ਮੈਂ ਖੁਦ ਜਿਹੜਾ ਐਫਪੀਓ ਨਾਲ ਡੀਲ ਕਰਦਾ ਹਾਂ। ਚਲੋ ਤੁਹਾਨੂੰ ਲੱਗਦਾ ਕਿ ਡਾਈਵਰਸਿਫਿਕੇਸ਼ਨ ਵਾਲੇ ਪਾਸੇ ਜਾਣਾ ਚਾਹੀਦਾ ਪੰਜਾਬ ਦੇ ਕਿਸਾਨ ਨੂੰ, ਕਿ ਕਣਕ ਝੋਨੇ ਤੋਂ ਨਿਕਲੀਏ? ਫਿਰ ਸਵਾਲ ਉਹੀ ਹੈ ਨਾ ਸਰ, ਕਣਕ ਝੋਨੇ ਤੋਂ ਨਿਕਲਾਂਗੇ, ਕਣਕ ਵਿਕ ਜਾਂਦੀ ਹੈ, ਝੋਨਾ ਵਿਕ ਜਾਂਦਾ ਹੈ, ਹੁਣ ਸਰੋਂ ਬੀਜ ਲਈਏ ਤਾਂ ਔਖੇ, ਕਾਟਨ ਬੀਜ ਲਈਏ ਤਾਂ ਔਖੇ, ਜ਼ਿਆਦਾ ਆ ਗਈ ਮੂੰਗੀ ਬੀਜ ਲਈ ਤਾਂ ਔਖੇ। ਗੌਰਵ ਜੀ ਰਾਜਸਥਾਨ ਦੇ ਵਿੱਚ ਸਰੋਂ ਬੀਜਣ ਵਾਲਾ ਕਿਸਾਨ ਖੁਸ਼ਹਾਲ ਹੈ, ਕਿਉਂਕਿ ਉਹਨੂੰ ਸਰਕਾਰੀ ਜਿਹੜੀ ਖਰੀਦ ਦੀ ਜਿਹੜੀ ਆ ਉਹ ਲੱਗੀ ਨਹੀਂ ਲੱਤ। ਸਾਡੇ ਪੰਜਾਬ ਦੇ ਵਿੱਚ ਅਸੀਂ ਮੂੰਗੀ ਬਜਾਈ, ਕਿਸਾਨ ਖੁਦਕੁਸ਼ੀਆਂ ਕਰ ਗਏ। ਸਰ ਪੰਜਾਬ ਦੀ ਸਰੋਂ ਦੀ ਕੁਆਲਿਟੀ ਦਾ ਬੜਾ ਰੌਲਾ ਪਾਉਂਦੇ ਨੇ, ਤੁਸੀਂ ਇਸ ਚੀਜ਼ ਨਾਲ ਸਹਿਮਤ ਹੋਵੋਗੇ? ਤੁਸੀਂ ਥੋੜੇ ਦੱਖਣ ਪੰਜਾਬ ਤੋਂ ਆਉਂਦੇ ਹੋ, ਤੁਸੀਂ ਇੱਧਰ ਵਾਲੇ ਪਾਸੇ ਆ ਜਾਓ, ਮਾਲਵੇ ਦੇ ਵਿੱਚ ਬਿਲਕੁਲ ਲੁਧਿਆਣੇ ਵਾਲੇ ਪਾਸੇ ਤੇ ਦੂਜੇ ਪਾਸੇ ਰੋਪੜ ਵਾਲੇ ਪਾਸੇ ਆ, ਪੰਜਾਬ 'ਚ ਹੋਰ ਪਾਸੇ ਉਹਨਾਂ ਨੂੰ ਰਾਜਸਥਾਨ ਵਾਲੀ ਸਰੋਂ ਹੀ ਦਿਖਦੀ ਹੈ। ਤਾਂ ਉਹ ਵੀ ਇੱਕ ਵੱਡਾ ਚੈਲੰਜ ਤਾਂ ਜ਼ਰੂਰ ਹੈ ਨਾ ਕਿ ਉਧਰੋਂ ਆ ਜਾਂਦੀ ਹੈ ਸਰੋਂ, ਇੱਥੇ ਵਾਲੀ ਫਿਰ ਕੋਈ ਖਰੀਦਦਾ ਨਹੀਂ। ਪੰਜਾਬ 'ਚ ਜੇ ਤੁਸੀਂ ਸਰੋਂ ਜਾਂ ਮੂੰਗੀ ਬਜਾਉਣੀ ਆ ਤਾਂ ਸਰਕਾਰ ਨੂੰ ਚੱਕਣੀ ਪੈਣੀ ਆ, ਕਿਉਂਕਿ ਸਾਡੇ ਲੋਕਾਂ ਨੂੰ ਸਰਕਾਰੀ ਕਿਹੜੀ ਸਰਕਾਰ ਨੂੰ ਸਰ, ਸੈਂਟਰ ਨੂੰ ਕਿ ਪੰਜਾਬ ਸਰਕਾਰ? ਜਿਹੜੀ ਵੀ ਸਰਕਾਰ ਬਜਾਵੇ, ਭਾਵੇਂ ਉਹ ਸੈਂਟਰ ਬਜਾਵੇ ਭਾਵੇਂ ਉਹ ਪੰਜਾਬ ਸਰਕਾਰ ਬਜਾਵੇ। ਠੀਕ ਹੈ ਪੰਡੇਰ ਸਾਹਿਬ, ਉਹ ਵਾਅਦਾ ਕਰਕੇ ਬਜਾਓ। ਠੀਕ ਹੈ ਗਰੇਵਾਲ ਸਾਹਿਬ, ਥੋੜਾ ਜਿਹਾ ਵੇਟ ਕਰੋ। ਪੰਡੇਰ ਸਾਹਿਬ ਦੇਖੋ, ਮੈਂ ਇਸ ਡਿਬੇਟ ਨੂੰ ਬਿਲਕੁਲ ਫਾਈਨਲ ਕਨਕਲੂਡ ਵਾਲੇ ਪਾਸੇ ਲੈ ਕੇ ਜਾ ਰਿਹਾ ਹਾਂ। ਲੋਕਾਂ ਦੀ ਪਰੇਸ਼ਾਨੀ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਸਵਾਲ ਹੈ ਪੰਡੇਰ ਸਾਹਿਬ, ਮੇਰਾ ਕੰਮ ਹੈ ਕਿਸਾਨਾਂ ਨਾਲ ਜੁੜਿਆ ਸਵਾਲ ਪੁੱਛਣਾ ਵੀ, ਮੇਰਾ ਕੰਮ ਹੈ ਉਹਨਾਂ ਲੋਕਾਂ ਦਾ ਸਵਾਲ ਪੁੱਛਣਾ ਵੀ ਜਿਹੜੇ ਅੱਜ ਰੇਲਵੇ ਸਟੇਸ਼ਨ ਤੇ ਠੰਡ ਦੇ ਵਿੱਚ ਬੈਠੇ ਸੋਚ ਰਹੇ ਹੋਣੇ ਆ ਕਿ ਆਖਿਰ ਸਾਡੀ ਗਲਤੀ ਕੀ ਹੈ। ਮੈਂ ਇਸ ਕਰਕੇ ਸਵਾਲ ਪੁੱਛ ਰਿਹਾ ਕਿ 4 ਘੰਟੇ ਜਾਂ 3 ਘੰਟੇ ਦੇ ਧਰਨੇ ਪ੍ਰਦਰਸ਼ਨ ਦੇ ਨਾਲ ਹਾਸਲ ਕੀ ਹੋਇਆ? ਦੇਖੋ, ਇੱਕ ਤਾਂ ਮੈਂ 2-3 ਗੱਲਾਂ ਦਾ ਜਵਾਬ ਦੇਦਾ, ਤੁਹਾਡੇ ਵਾਲੀ ਗੱਲ ਤੇ ਵੀ ਆ ਜਾਣਾ। ਜਿਹੜੇ ਧਾਰੀਵਾਲ ਸਾਹਿਬ ਕਹਿੰਦੇ ਵੀ ਬਾਕੀ ਸੂਬਿਆਂ ਦੇ ਜਿਹੜੇ ਕਿਸਾਨ ਉਹ ਬੋਲ ਨਹੀਂ ਰਹੇ, ਸਰਕਾਰ ਦੇ ਆਪ ਦੇ ਅੰਕੜੇ ਨੇ। ਜੇ ਪੰਜਾਬ ਦੇ ਵਿੱਚ ਕਣਕ ਝੋਨੇ ਦੀ ਖਰੀਦ ਹੋ ਰਹੀ ਆ, ਸਰਕਾਰੀ ਅੰਕੜੇ ਨੇ ਵੀ 24,000 ਤੋਂ ਉੱਪਰ ਪੰਜਾਬ ਦੇ ਕਿਸਾਨ ਦੀ ਸਾਲਾਨਾ ਆਮਦਨ ਆ। ਬਿਹਾਰ ਵਰਗੇ ਸੂਬਿਆਂ ਦੇ ਅੰਕੜੇ ਜਿਹੜੇ 17,000, ਇਹ ਸਰਕਾਰੀ ਅੰਕੜੇ ਨੇ, ਉੱਚ 100। ਤੇ ਇਹ ਜੇ ਕਿਤੇ ਐਮਐਸਪੀ ਮਿਲੀ ਆ, ਪੰਜਾਬ ਤੇ ਹਰਿਆਣੇ ਦੇ ਕਿਸਾਨ ਦਾ ਜੇ ਹਾਲਾਤ ਚੰਗੇ ਨੇ ਤਾਂ ਇੱਥੇ ਕਣਕ ਝੋਨੇ ਦੀ ਐਮਐਸਪੀ ਸੀ। ਜਿਨ੍ਹਾਂ ਸੂਬਿਆਂ ਵਿੱਚ ਐਮਐਸਪੀ ਨਹੀਂ ਹੈਗੀ ਉੱਥੇ ਕਿਸਾਨਾਂ ਦੀ ਚੀਜ਼ ਨਹੀਂ ਹੈਗੀ।
ਇੱਕ ਤਾਂ ਇਹ ਹੈਗੇ। ਦੂਸਰਾ ਉਹ ਕਹਿੰਦੇ ਨੇ ਵੀ ਕਿਸਾਨ ਚਾਹੁੰਦੇ ਨੇ ਵੀ ਸਾਰੀਆਂ ਫਸਲਾਂ ਕੇਂਦਰ ਖਰੀਦ ਕੇ ਸਟਾਕ ਕਰਕੇ ਵੇਚੇ। ਮੈਂ ਕਹਿੰਦਾ ਵੀ ਤੁਸੀਂ ਤੇਲ ਬਿਜਲੀ ਆંકੜੇ ਕਢਾ ਲਓ ਸੈਂਟਰ ਦੇ ਵੀ ਕਿੰਨਾ ਰੈਵਨਿਊ ਸਾਡਾ ਜਾਂਦਾ ਤੇ ਬਾਹਰੋਂ ਮੰਗਾਇਆ ਜਾਂਦਾ ਤੇ ਦਾਲ ਬੀਜ ਵੀ ਬਾਹਰੋਂ ਮੰਗਾਏ ਜਾਂਦੇ ਆ। ਤੁਸੀਂ ਵਿਦੇਸ਼ਾਂ ਤੋਂ ਤਾਂ ਮੰਗਾ ਸਕਦੇ ਹੋ ਸਮਝੌਤਿਆਂ ਤਹਿਤ, ਤੇ ਆਪਣੇ ਕਿਸਾਨ ਕੋ ਕਿਉਂ ਨਹੀਂ ਖਰੀਦ ਸਕਦੇ ਹੈਗੇ। ਤੀਸਰਾ ਸਾਡੀ ਜਿਹੜੀ ਬਾਸਮਤੀ ਆ ਪੰਜਾਬ ਸਰਕਾਰ ਸੁਣ ਲਵੇ ਸੈਂਟਰ ਵੀ, ਇਹ ਬਾਹਰੋਂ ਡਾਲਰ ਲੈ ਕੇ ਆਉਂਦੀ ਆ ਮੱਝ ਚ, ਇਹ ਪੰਜਾਬ ਚ ਲਗਭਗ ਸਾਡੇ ਦੇਸ਼ ਚ ਘੱਟ ਖਾਧੀ ਜਾਂਦੀ ਆ। ਇਹਦੇ ਤੇ ਵੀ ਕੋਈ ਪਾਲਿਸੀ ਨਹੀਂ ਹੈਗੀ ਵੀ ਸਾਡੀ ਬਾਸਮਤੀ ਵੇਚ ਕੇ ਤੁਸੀਂ ਡਾਲਰ ਕਮਾ ਲਿਆਓ, ਕਿਉਂਕਿ ਸਰਕਾਰ ਦੀ ਕੋਈ ਪਾਲਿਸੀ ਕਿਸੇ ਮੁੱਦੇ ਤੇ ਕਲੀਅਰ ਹੈ ਨਹੀਂ ਹੈਗੀ। ਜਿੱਥੋਂ ਤੱਕ ਤੁਹਾਡਾ ਸਵਾਲ ਸੀਗਾ ਵੀ ਲੋਕ ਦੇਖੋ, ਜਿੱਥੋਂ ਤੱਕ ਕਿਸਾਨਾਂ ਦੇ ਮੁੱਦੇ ਜਿਹੜੇ ਸਾਡੇ ਮਸਲੇ ਆ ਉਹ ਜਿਹੜੇ ਸਟੇਸ਼ਨ ਤੇ ਅੱਜ ਆਏ ਹੋਣਗੇ, ਠੀਕ ਆ, ਉਹਨਾਂ ਦੀ ਤਕਲੀਫ ਨਾਲ ਅਸੀਂ ਸਹਿਮਤ ਵੀ ਅੱਗੀ ਉਹਨਾਂ ਨਾਲ ਹੀ ਜੁੜੇ ਹੋਏ ਆ। ਸਾਡਾ ਨਿੱਜੀ ਮੁੱਦਾ ਤੇ ਕੁਝ ਨਹੀਂ ਹੈਗਾ। ਅਸੀਂ ਤਾਂ ਤੁਸੀਂ ਕਿਹਾ ਖੱਟਿਆ ਕਿ 3 ਘੰਟੇ, ਅਸੀਂ ਖੱਟਿਆ ਹੈ ਵੀ ਅਸੀਂ ਆਪਣੀ ਆਵਾਜ਼ ਇੱਕ ਜਰੀਆ ਲੋਕਤੰਤਰ ਵਿੱਚ ਸਰਕਾਰ ਤੱਕ ਪਹੁੰਚਾਈ ਆ, ਨਾ ਕਿ ਅਣਖ ਦਾ ਸਵਾਲ ਕੀਤਾ। ਅੱਜ ਵੀ ਬਟਾਲੇ ਵਾਲਾ ਰੇਲ ਟਰੈਕ ਜਾਮ ਆ ਕੱਲਾ ਰੱਖਿਆ। ਅੱਜ ਤੁਹਾਡੇ ਮਾਧਿਅਮ ਨਾਲ ਬੇਨਤੀ ਕਰਦੇ ਵੀ ਮੁੱਖ ਮੰਤਰੀ ਸਾਹਿਬ ਦਖਲ ਦੇਣ, ਇੱਥੇ ਗੰਨੇ ਦਾ ਬਕਾਇਆ ਸਾਨੂੰ ਦਵਾ ਦੇਣ। 45 ਦਿਨ ਹੋ ਗਏ, ਰੁਪਈਆ ਨਹੀਂ ਮਿਲਿਆ। ਇੱਥੇ ਸੜਕ ਰਿਕਵਾਇਰ ਹੋ ਰਹੀ ਹੈ, ਜਿਹੜਾ ਮਰਜ਼ੀ ਤੁਹਾਡਾ ਟੀਮ ਆ ਜੇ ਇੱਥੇ ਵਿਖਾ ਦੇਣੇ ਕਿਸਾਨਾਂ ਨੂੰ ਕਿੰਨਾ ਬਕਾਇਆ ਤੁਸੀਂ ਦੱਸ ਦਿਓ, ਸ਼ਾਇਦ ਸੀਐਮ ਸਾਹਿਬ ਦੇਖ ਰਹੇ ਹੋ। ਰੁਪਈਆ ਨਹੀਂ ਮਿਲਿਆ। ਕਿੰਨਾ ਬਕਾਇਆ ਗੰਨੇ ਦਾ? ਜਿਹੜੀ ਹੁਣ ਨਵੀਂ ਪੜਾਈ ਚੱਲ ਰਹੀ ਆ, ਅੱਜ 45 ਦਿਨ ਹੋ ਗਏ ਮਿੱਲਾਂ 'ਚ। ਜਿਹੜੀ ਸਾਨੂੰ ਸਰਕਾਰ ਨੇ ਰਿਪੋਰਟ ਦਿੱਤੀ ਆ, ਅਸੀਂ ਪਲੈਂਟੀ ਲਾ ਰਹੇ ਮਿੱਲਾਂ ਨੂੰ। ਕੈਨ ਕਮਿਸ਼ਨ ਦਾ ਰੂਲ ਕਹਿੰਦਾ 14 ਦਿਨਾਂ 'ਚ ਪੇਮੈਂਟ ਹੋਵੇ। ਹਾਈ ਕੋਰਟ ਦੀ ਜੱਜਮੈਂਟ ਹੈ ਵੀ 14ਵੇਂ ਦਿਨ ਤੋਂ 15ਵੇਂ ਦਿਨ ਵਿਆਜ ਸਮੇਤ ਪੈਸੇ ਮਿਲਣਗੇ। ਸਾਰੇ ਅਸੀਂ ਦਿਨ ਗਿਣਨੇ ਵੀ 45 ਦਿਨ ਹੋ ਗਏ ਮਿਲ 'ਚ ਪੜਾਈ ਚੱਲਦਿਆਂ, ਹਜੇ ਤੱਕ ਪੇਮੈਂਟ ਨਹੀਂ ਹੋਈ। ਸਪੈਸੀਫਿਕ ਇੱਕ ਅੱਧੀ ਮਿਲ ਹੈ ਕੋਈ, ਜਿੰਨੀਆਂ ਵੀ ਮਿਲਾਂ ਸਭ ਤੋਂ ਪੈਸੇ ਨਹੀਂ ਮਿਲ ਰਹੇ? ਲਗਭਗ ਸਾਰੀਆਂ ਮਿੱਲਾਂ ਜੀ, ਸਾਰੀਆਂ ਮਿਲੀਆਂ। ਤੇ ਬੁੱਟਰ ਸਾਹਿਬ ਤਾਂ 280 ਰੁਪਏ ਨਾ ਬਾਹਰੋਂ ਗੰਨਾ ਮੰਗਾ ਰਹੇ ਨੇ। ਜੇ ਗੰਨੇ ਦੀ ਗੱਲ ਕਰੀਏ, ਕੈਨ ਕਮਿਸ਼ਨ ਬਣਾਓ, ਕੈਲੰਡਰ ਬਣਨਾ ਹੁੰਦਾ। ਇਹ ਇੱਥੋਂ ਦਾ, ਇਹਨੂੰ ਕਹਿੰਦੇ ਗੇਟ ਦਾ ਗੰਨਾ। ਲੋਕਲ ਕਿਸਾਨਾਂ ਦਾ ਗੰਨਾ ਚੱਕ ਨਹੀਂ ਰਹੇ ਤੇ ਬਾਹਰੋਂ ਮੰਗਾ ਕੇ, ਤੇ ਲੋਕਲ ਕਿਸਾਨਾਂ ਦੀਆਂ ਟਰਾਲੀਆਂ 20-20 ਦਿਨ ਖੜੀਆਂ ਰਹਿੰਦੀਆਂ। ਇਹ ਪੰਜਾਬ ਸਰਕਾਰ ਦੇ ਅੰਦਰ ਵਾਲੇ ਪਾਸੇ ਜਾ ਰਹੇ। ਮੈਂ ਇੱਕ ਹੋਰ ਪੰਦੇਰ ਸਾਹਿਬ ਛੋਟਾ ਜਿਹਾ ਸਵਾਲ ਪੁੱਛੂੰਗਾ। ਮੈਂ ਇਹ ਜਾਣਨਾ ਚਾਹ ਰਿਹਾ ਕਿ ਪੰਜਾਬ ਦੇ ਵਿੱਚ ਲੋਕਾਂ 'ਚ ਇਹ ਵੀ ਗੱਲ ਹੈ ਕਿ ਦੇਖੋ, ਜਦੋਂ ਦਿੱਲੀ ਵਾਲਾ ਅੰਦੋਲਨ ਚੱਲ ਰਿਹਾ ਸੀ ਤਾਂ ਡਟ ਕੇ ਸਾਰੇ ਪੰਜਾਬੀ ਨੇ, ਉਹ ਕਿਸੇ ਵੀ ਧਰਮ ਨਾਲ, ਕਿਸੇ ਵੀ ਖਿੱਤੇ ਦੇ ਨਾਲ ਜੁੜਿਆ ਹੋਵੇ, ਖੂਬ ਸਮਰਥਨ ਕੀਤਾ। ਤੇ ਲੋਕ ਇਹ ਵੀ ਵਾਰ-ਵਾਰ ਸੋਚਦੇ ਨੇ ਕਿ ਪਰੇਸ਼ਾਨੀ ਵੀ ਹੁਣ ਅਸੀਂ ਸਭ ਤੋਂ ਵੱਧ ਹੀ ਚੱਲ ਰਹੇ ਹਾਂ। ਉਸ ਸਮੇਂ ਵੀ ਚੱਲੀ, ਉਸ ਤੋਂ ਬਾਅਦ ਧਰਨੇ ਪ੍ਰਦਰਸ਼ਨ ਹੁੰਦੇ ਨੇ, ਕਦੇ ਸੜਕ ਜਾਮ, ਕਦੇ ਰੋਡ ਜਾਮ, ਕਦੇ ਰੇਲਵੇ ਟਰੈਕ ਜਾਮ, ਤੇ ਪੰਜਾਬ ਵਾਲਿਆਂ ਨੇ ਸਾਥ ਦਿੱਤਾ। ਪਰੇਸ਼ਾਨੀ ਵੀ ਪੰਜਾਬ ਵਾਲਿਆਂ ਨੂੰ। ਇਹ ਕਿਉਂ ਤੁਹਾਨੂੰ ਨਹੀਂ ਲੱਗਦਾ ਕਿ ਇਹ ਤਾਂ ਪੰਜਾਬ ਵਾਲਿਆਂ ਨਾਲ ਧੱਕਾ ਹੀ ਹੋ ਰਿਹਾ? ਦੇਖੋ, ਕੋਈ ਵੀ ਅੰਦੋਲਨ ਕਰੋਗੇ, ਸਮੱਸਿਆ ਦਿੱਲੀ 'ਚ ਵੀ ਸੀਗੀਆਂ। ਇਹ ਸਿਰਫ ਹੁੰਦਾ ਵੀ ਕਈ ਵਾਰੀ ਅੰਦੋਲਨ ਤੁਹਾਡਾ ਵੱਡਾ ਆ ਜਾਂਦਾ। ਬੇਸ਼ੱਕ ਜੀਰੇ ਦਾ ਅੰਦੋਲਨ ਸੀ, ਜੀਰੇ ਦਾ ਅੰਦੋਲਨ ਕਰਨਾ ਕਿਸਾਨਾਂ ਮਜ਼ਦੂਰਾਂ ਦਾ ਨਹੀਂ ਸੀ ਹੈਗਾ, ਉਹ ਪੂਰੇ ਲੋਕਾਂ ਦਾ ਸੀ। ਪਾਣੀ ਨਾਲ ਸ਼ਹਿਰੀ ਦਾ ਵੀ ਵਾਸਤਾ ਪੈਣਾ, ਪਿੰਡੂ ਦਾ ਵੀ ਵਾਸਤਾ ਪੈਣਾ। ਇੱਥੇ ਵੀ ਸਮੱਸਿਆ ਹੈਗੀਆਂ। ਸੋ ਸਾਡੇ ਮੰਗਾਂ ਮਸਲੇ ਲੋਕਾਂ ਨਾਲ ਜੁੜੇ ਹੋਏ ਆ। ਅਸੀਂ ਤੁਹਾਡੇ ਚੈਨਲ ਤੇ ਕਹਿੰਦੇ ਆ ਵੀ ਸਰਕਾਰ ਸਾਡੀ ਮੰਨ ਲਵੇ, ਅਜਿਹਾ ਅੰਦੋਲਨ ਨਹੀਂ ਕਰਾਂਗੇ। ਹੁਣ ਜਦੋਂ ਕੋਈ ਸੁਣਦਾ ਨਹੀਂ ਹੈਗਾ, ਗੌਰਵ ਜੀ, ਮੈਂ ਕਹਿੰਦਾ ਸਾਡੇ ਮਸਲੇ ਕਦੇ ਤਕਲੀਫ ਨਾ ਨਹੀਂ ਹੈਗੇ। ਅਸੀਂ ਤਾਂ ਤਕਲੀਫ 'ਚ ਬੈਠੇ, ਗੜੇ ਪੈ ਰਹੇ ਆ, ਇੱਥੇ ਮੀਂਹ ਪੈ ਰਿਹਾ, ਪਤਾ ਨਹੀਂ ਸਵੇਰ ਨੂੰ ਕਿੰਨੇ ਚੜਾਈ ਕਰ ਜਾਣਾ। ਸਾਡੇ ਤਾਂ ਘਰਾਂ 'ਚ ਮਾਲਵੇ ਦੇ ਵਿੱਚ ਮੱਝ 10-10 ਵਿਧਵਾਵਾਂ ਨੇ, 3-3 ਪੀੜੀਆਂ ਦੀਆਂ। ਕਿੱਥੇ ਕਿਹਨੂੰ ਜਾ ਕੇ ਰੋਈਏ ਵੀ ਸਾਨੂੰ ਘੱਟੋ ਘੱਟ ਸਾਡਾ ਲਾਗਤ ਖਰਚਾ ਤਾਂ ਦੇ ਦਿਓ। ਨਹੀਂ ਕੁਝ ਦੇਣਾ। ਕਹਿੰਦੇ ਤੁਹਾਡੀ ਗੱਲ ਵੀ ਠੀਕ ਆ, ਕਹਿੰਦੇ ਤੁਸੀਂ ਰੋ ਵੀ ਠੀਕ ਰਹੇ ਜੇ, ਪਰ ਭਾਈ 75 ਸਾਲ ਹੋ ਗਏ। ਮੈਂ ਕਹਿੰਦਾ ਇਹ ਹੋਣ ਵਾਲੀ ਸਰਕਾਰ ਨੂੰ, ਨਾ ਭਾਜਪਾ ਨੂੰ, ਨਾ ਸਾਰੀਆਂ ਹੀ 75 ਸਾਲਾਂ ਤੋਂ ਤੁਸੀਂ ਦੇਖ ਲਓ ਕਿੰਨੇ ਸਾਡੀ ਸੁਣੀ। ਠੀਕ ਹੈ, ਚਲੋ ਮੇਰੇ ਕੋਲ ਸਮਾਂ ਬਹੁਤ ਪੂਰਾ, ਸਾਡੇ ਜਵਾਬ ਜ਼ਰੂਰ ਲੈ ਲੈਣਾ। ਧਾਲੀਵਾਲ ਸਾਹਿਬ ਦਾ ਇੱਕ ਵਾਰ ਜਵਾਬ ਚੱਕਣ ਦਾ। ਠੀਕ ਹੈ ਧਾਲੀਵਾਲ ਸਾਹਿਬ, ਦੇਖੋ ਪੰਜਾਬ ਦੇ ਲੋਕ ਜੇਕਰ ਧਰਨੇ ਪ੍ਰਦਰਸ਼ਨਾਂ ਤੋਂ ਪਰੇਸ਼ਾਨ ਨੇ ਜਾਂ ਦਿੱਕਤ ਦੇ ਵਿੱਚ ਨੇ ਤਾਂ ਇੱਕ ਉਂਗਲ ਤੁਹਾਡੇ ਵਾਲੇ ਪਾਸੇ ਵੀ ਚੁੱਕਦੇ ਨੇ ਕਿ ਸੈਂਟਰ ਦੀ ਸਰਕਾਰ ਸੁਣਦੀ ਨਹੀਂ, ਇਸ ਕਰਕੇ ਵਾਰ-ਵਾਰ ਧਰਨੇ ਪ੍ਰਦਰਸ਼ਨ ਕਿਸਾਨਾਂ ਨੂੰ ਲਗਾਉਣੇ ਪੈਂਦੇ ਨੇ। ਨਹੀਂ ਦੇਖੋ ਗੌਰਵ ਜੀ, ਮੈਂ ਇਸ ਗੱਲ ਤੇ ਸਪਸ਼ਟ ਕਰ ਦਿੰਦਾ ਕਿ ਜਿੰਨੀਆਂ ਵੀ ਕਿਸਾਨਾਂ ਦੀਆਂ ਮੰਗਾਂ ਹੈਗੀਆਂ ਉਹਦੇ ਤੇ ਕੇਂਦਰ ਸਰਕਾਰ ਗੰਭੀਰ ਹੈ ਔਰ ਅਸੀਂ ਸਟੈਪ ਚੱਕੇ ਆ ਉਹਨਾਂ ਦੇ ਉੱਤੇ। ਔਰ ਮੈਂ ਤੁਹਾਡੇ ਦਰਸ਼ਕਾਂ ਨੂੰ ਵੀ ਦੱਸਦਾ, ਜੇ ਫਿਰ ਵੀ ਉਹ ਸਟੈਪ ਨਾ ਕਾਫੀ ਨੇ ਤਾਂ ਸਾਡੀ ਪੰਜਾਬ ਇਕਾਈ ਮਾਨਯੋਗ ਅਸ਼ਵਨੀ ਸ਼ਰਮਾ ਜੀ ਦੀ ਪ੍ਰਧਾਨਗੀ ਹੇਠਾਂ ਹੁਣ ਬਹੁਤ ਸਟਰੋਂਗ ਹੈ ਔਰ ਅਸੀਂ ਇਹ ਮੰਗਾਂ ਕੇਂਦਰ ਕੋਲੇ ਜ਼ਰੂਰ ਲੈ ਕੇ ਜਾਵਾਂਗੇ। ਕਦੋਂ ਸਰ ਇਹ ਧਰਨਾ ਪ੍ਰਦਰਸ਼ਨ ਦੁਬਾਰਾ ਹੋਊਗਾ ਫੇਰ? ਨਹੀਂ ਬਿਲਕੁਲ ਦੁਬਾਰਾ ਹੋਣ ਦੀ ਨੌਬਤ ਨਾ ਆਵੇ, ਅਸੀਂ ਉਸ ਤੋਂ ਪਹਿਲਾਂ ਹੀ ਗੱਲ ਜਿਹੜੀ ਹੈ ਜ਼ਰੂਰ ਕੇਂਦਰ ਕੋਲੇ ਪਹੁੰਚਾਵਾਂਗੇ। ਠੀਕ ਹੈ ਗਰੇਵਾਲ ਸਾਹਿਬ, ਤੁਹਾਡਾ ਫਾਈਨਲ ਕਮੈਂਟ। ਦੇਖੋ ਬਹੁਤ ਸਾਰੀਆਂ ਗੱਲਾਂ ਦੇ ਵਿਚਾਲੇ ਇੱਕ ਗੱਲ ਇਹ ਵੀ ਨਿਕਲ ਕੇ ਆ ਗਈ ਕਿ ਗੰਨਾ ਬਕਾਇਆ ਨਹੀਂ ਮਿਲ ਰਿਹਾ। ਸੀਐਮ ਸਾਹਿਬ ਨੇ ਐਲਾਨ ਕੀਤਾ ਸੀ ਜਿਹੜਾ ਪੁਰਾਣਾ ਬਕਾਇਆ ਸੀ ਉਹ ਤਾਂ ਦਬਾ ਦਿੱਤਾ ਗਿਆ।
ਨਾਲ ਦੀ ਨਾਲ ਪੈਸਾ ਚਾਹੀਦਾ ਨਾ। ਹੁਣ ਆਪਾਂ ਕੋਈ ਆਪਣੀ ਚੀਜ਼ ਖਰੀਦਣ ਜਾਈਏ, ਨਾਲ ਦੀ ਨਾਲ ਪੈਸੇ ਦੇਈਦੇ ਆ, ਚੀਜ਼ ਲੈ ਲੈਂਦੇ ਆ। ਵੇਚਣ ਜਾਈਏ ਤਾਂ ਚੀਜ਼ ਦਈਏ ਤਾਂ ਪੈਸੇ ਨਾ ਮਿਲਣ ਤਾਂ ਫਿਰ ਦਿੱਕਤ ਹੈ ਨਾ। ਬਿਲਕੁਲ ਸਰ, ਮੈਂ ਧਾਲੀਵਾਲ ਪੰਦੇਰ ਸਾਹਿਬ ਦਾ ਦਰਦ ਮੈਂ ਸਮਝ ਸਕਦਾ। ਇਸ ਕ੍ਰੌਪ ਦੀ ਗੱਲ ਹੈ, ਕ੍ਰੌਪ ਦਾ ਸਾਈਕਲ ਹਲੇ 45 ਨਹੀਂ, ਥੋੜੇ ਦਿਨ ਹੋਏ ਸ਼ੁਰੂ ਹੋਏ ਨੂੰ, ਪੂਰਾ ਹੋ ਜਾਊਗਾ, ਪੇਮੈਂਟ ਆ ਜਾਊਗੀ, ਪਹਿਲੀ ਗੱਲ। ਦੂਜੀ ਗੱਲ, ਜਿਹੜੀ ਗੱਲ ਇਹ ਕਹਿਣੀ ਚਾਹੁੰਦਾ ਕਿ ਪੰਜਾਬ ਸਰਕਾਰ ਪੰਜਾਬ ਦੇ ਲੋਕਾਂ ਦੀ ਉਮੀਦਾਂ ਤੇ ਬਣੀ ਹੈ ਸਰ, ਪਹਿਲੀ ਗੱਲ। ਤੀਜੀ ਗੱਲ, ਮੈਂ ਅੱਜ ਮੈਂ ਥੋੜ੍ਹਾ ਹੈਰਾਨ ਹੋਇਆ, ਵਿਚਲਿਤ ਹੋਇਆ ਕਿ ਜਿਹੜੇ ਮੁੱਦਿਆਂ ਲਈ ਅੱਜ ਸਾਰਾ ਕੁਝ ਕੀਤਾ ਗਿਆ, ਅੱਜ ਜਦੋਂ ਮੌਕਾ ਆਇਆ ਉਹਨਾਂ ਨੂੰ ਸਵਾਲ ਹੀ ਨਹੀਂ ਪੁੱਛੇ ਗਏ। ਉਦੋਂ ਸਵਾਲ ਹੀ ਸਵਾਲ ਹੀ ਆਪਾਂ ਪੁੱਛਿਆ ਹੀ ਨਹੀਂ, ਆਪਾਂ ਗੱਲ ਹੀ ਨਹੀਂ ਕੀਤੀ ਉਹਨਾਂ ਨਾਲ ਕਿ ਕੇਂਦਰ ਨਾਲ ਆਪਾਂ ਕੋਈ ਪੁੱਛਿਆ ਹੀ ਨਹੀਂ ਕਿ ਭਾਈ ਕਿਵੇਂ ਕੀ ਕਰ ਰਹੇ ਹੋ, ਜਿਹਦੇ ਕਰਕੇ ਅੱਜ ਆਪਾਂ ਸਾਰਾ ਕੀਤਾ ਹੈ। ਠੀਕ ਗੱਲ, ਕਿਸਾਨਾਂ ਨੂੰ ਤੁਹਾਡੇ ਨਾਲ ਰਲ ਕੇ ਕੰਮ ਕਰਨ ਨੂੰ ਤਿਆਰ ਆ, ਸਾਰਾ ਕੁਝ ਇਕੱਠੇ ਰਲ ਕੇ ਕਰਾਂਗੇ। ਐਂਡ ਅਸੀਂ ਕਹਿ ਰਹੇ ਕਿ ਆ ਕੇ ਬੈਠ ਕੇ ਗੱਲ, ਜਿਹੜਾ ਕੇਂਦਰ ਨਾਲ ਰੌਲਾ ਹੈ ਉਹਦੇ ਚ ਆਪਾਂ ਇੱਕ ਇਨੋਵੇਟਿਵ ਤਰੀਕਾ ਲੱਭਦੇ ਇਹਨਾਂ ਨੂੰ ਆਪਣੀ ਗੱਲ ਸੁਣਾਉਣ ਦਾ। ਐਂਡ ਜਿਹੜੀ ਐਮਐਸਪੀ ਦੀ ਲੱਤ ਹੈ ਨਾ, ਉਹ ਲੱਤ ਨਹੀਂ ਸੀ। ਜਦੋਂ ਦੇਸ਼ ਭੁੱਖਾ ਮਰ ਰਿਹਾ ਸੀ ਨਾ, ਉਦੋਂ ਪੰਜਾਬ ਤੇ ਹਰਿਆਣਾ ਦੇ ਕਿਸਾਨ ਨੇ ਆਪਣੀ ਜ਼ਮੀਨ ਜ਼ਹਿਰੀਲੀ ਕੀਤੀ, ਹਵਾ ਪਾਣੀ। ਐਂਡ ਕਿਸਾਨ ਵੀਰਾਂ ਨੂੰ ਵੀ ਹੈ ਕਿ ਜਿਹੜੀ ਉਹ ਤੁਹਾਨੂੰ ਰੋਕਿਆ ਕਿਹਨੇ? ਤੁਹਾਡੀ ਤਾਂ ਯਾਰ ਸਰਕਾਰ ਹੀ ਐਮਐਸਪੀ ਤੇ ਬਣੀ ਆ, ਚੌਕੀਆਂ ਮਾਰ ਕੇ। ਤੁਸੀਂ ਤਾਂ ਮੁੰਗੀ ਦੇ ਐਮਐਸਪੀ ਦੇਖ ਤੋਂ ਭੱਜ ਕੇ ਅੱਗੇ ਗਪੌੜ ਮਾਰੀ ਜਾਂਦੇ ਹੋ। 24 ਘੰਟੇ ਗੱਪਾਂ ਦੀ ਲੱਕ ਪਤਾ ਹੈ। ਐਦਾਂ ਨਾ ਕਿਉਂ ਗਰੇਵਾਲ ਸਾਹਿਬ? ਗਰੇਵਾਲ ਸਾਹਿਬ ਜੀ ਨੂੰ ਕੰਪਲੀਟ ਕਰ, ਇੱਕ ਕੁਲਦੀਪ ਜੀ ਗਰੇਵਾਲ ਜੀ ਨੂੰ ਕੰਪਲੀਟ ਕਰ ਲਓ। ਥੈਂਕ ਯੂ ਧਾਲੀਵਾਲ ਸਾਹਿਬ। ਮੈਂ ਇਹੀ ਬੋਲਣਾ ਚਾਹੁੰਦਾ ਕਿ ਇਹਨਾਂ ਦੇ ਕੰਨ ਤੇ ਜੂ ਨਹੀਂ ਰਿੰਗਣੀ, ਪਰ ਅਸ਼ਵਨੀ ਸ਼ਰਮਾ ਜੀ ਦੀ ਅਗਵਾਈ ਹੇਠ ਕੈਪਟਨ ਅਮਰਿੰਦਰ ਸਿੰਘ ਜਾਖੜ ਸਾਹਿਬ, ਸਾਰੇ ਵੱਡੇ ਧੁਰੰਦਰ ਨੇਤਾ ਮੋਦੀ ਸਾਹਿਬ ਕੋਲ। ਐਂਡ ਮੋਸਟ ਇੰਪੋਰਟੈਂਟਲੀ ਸਰ, ਕਿਸਾਨ ਵੀਰਾਂ ਨੂੰ ਸੋਚ ਬਦਲੀਏ, ਨਵਾਂ ਢੰਗ ਲਿਆਈਏ, ਤੁਹਾਡੇ ਨਾਲ ਹੈ, ਲੋਕਾਂ ਨੂੰ ਬਚਾਈਏ। ਲੋਕ ਤੁਹਾਡੇ ਨਾਲ ਨੇ, ਤੁਹਾਡੀ ਮਦਦ ਕਰਨਗੇ। ਛੋਟੇ ਬਿਜ਼ਨਸਮੈਨ ਕੋਈ ਕੋਆਪਰੇਟਿਵ ਲਿਆ ਰਹੇ, ਪੰਜਾਬ ਚ ਹੀ ਬਿਜ਼ਨਸ ਉੱਠ ਕੇ ਕਿੰਨਾ ਜੋੜੂਗਾ। ਆਓ ਇਕੱਠੇ ਰਹੀਏ। ਹੁਣ ਠੀਕ ਹੈ ਗਰੇਵਾਲ ਸਾਹਿਬ, ਮਾਫੀ ਚਾਹ ਰਹੇ, ਵਿਚਾਲੇ ਰੋਕਦੇ ਮੇਰੇ ਕੋਲ ਸਮਾਂ ਖਤਮ ਹੋ ਚੱਲਿਆ। ਧਾਲੀਵਾਲ ਜੀ ਤੁਹਾਡਾ ਵੀ ਧੰਨਵਾਦ, ਪੰਦੇਰ ਸਾਹਿਬ ਤੁਹਾਡਾ ਵੀ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ, ਇਸ ਪੂਰੀ ਚਰਚਾ ਦੇ ਵਿੱਚ ਸ਼ਾਮਲ ਹੋਣ ਦੇ ਲਈ, ਗੱਲਬਾਤ ਕਰਨ ਦੇ ਲਈ। ਸਵਾਲ ਬਹੁਤ ਸਾਰੇ ਨੇ, ਪਰ ਇਸ ਸਭ ਦੇ ਵਿਚਾਲੇ ਇੱਕ ਸਵਾਲ ਤਾਂ ਇਹ ਵੀ ਹੈ ਕਿ ਆਖਿਰ ਜੇਕਰ ਇਸ ਤਰੀਕੇ ਨਾਲ ਧਰਨੇ ਪ੍ਰਦਰਸ਼ਨਾਂ ਦਾ ਦੌਰ ਚੱਲਦਾ ਰਿਹਾ ਤਾਂ ਜੋ ਜ਼ਿਕਰ ਕਰ ਰਹੇ ਸੀ ਗਰੇਵਾਲ ਜੀ ਬਿਲਕੁਲ ਆਖਿਰ ਦੇ ਵਿੱਚ ਕਿ ਵੱਡੇ ਬਿਜ਼ਨਸਮੈਨ ਇੱਧਰ ਆਉਣਗੇ, ਕਿ ਪੰਜਾਬ ਦੇ ਵਿੱਚ ਟੂਰਿਸਟ ਆਏਗਾ, ਕੋਈ ਦਿੱਲੀ ਤੋਂ ਨਿਕਲੇ ਆਪਣੀ ਕਾਰ ਦੇ ਵਿੱਚ ਜੇ ਉਹਨੇ ਜਾਣਾ ਹੈ ਅੰਮ੍ਰਿਤਸਰ, ਤੇ ਫਿਰ ਰਾਹ ਦੇ ਵਿੱਚ ਉਸ ਨੂੰ ਪਤਾ ਲੱਗ ਜਾਵੇ ਕਿ 2 ਵਾਰੀ ਧਰਨਾ ਸੀ ਤੇ ਉਹ ਪਿੰਡਾਂ ਦੇ ਵਿੱਚੋਂ ਹੁੰਦਾ ਹੋਇਆ ਜਿੱਥੇ 6 ਘੰਟੇ 'ਚ ਪਹੁੰਚਣਾ ਸੀ ਉੱਥੇ 16 ਲੱਗ ਗਏ, ਫਿਰ ਉਹ ਦਿੱਕਤ ਹੋਏਗੀ ਉਸ ਨੂੰ, ਪੰਜਾਬ ਦਾ ਨੁਕਸਾਨ। ਜੇਕਰ ਕੋਈ ਫੈਕਟਰੀ ਦੇ ਬਾਹਰ ਧਰਨੇ ਪ੍ਰਦਰਸ਼ਨ ਹੁੰਦੇ ਨੇ, ਆਪਣੀਆਂ ਮੰਗਾਂ ਜਾਇਜ਼ ਨੇ, ਉਸ ਦੇ ਉੱਤੇ ਗੌਰ ਕੀਤਾ ਜਾਂਦਾ ਹੈ, ਪਰ ਜਦੋਂ ਕੋਈ ਬਿਜ਼ਨਸ ਇਨਵੈਸਟ ਕਰਦਾ ਤਾਂ ਉਹ ਇਹਨਾਂ ਚੀਜ਼ਾਂ ਨੂੰ ਵੀ ਧਿਆਨ ਰੱਖਦਾ ਹੈ ਕਿ ਉਸ ਦੇ ਉੱਤੇ ਕੋਈ ਅਸਰ ਨਹੀਂ ਪਏਗਾ। ਪਰ ਸਭ ਤੋਂ ਇੰਪੋਰਟੈਂਟ ਤਾਂ ਇਹ ਵੀ ਹੈ ਕਿ ਪੰਜਾਬ ਦੀ ਤਾਂ ਰੀੜ੍ਹ ਦੀ ਹੱਡੀ ਨੇ, ਜਾਂ ਕਹੀਏ ਕਿ ਪੰਜਾਬ ਦਾ ਤਾਂ ਪੂਰਾ ਸਰੀਰ ਨੇ ਕਿਸਾਨ, ਕਿ ਜੇਕਰ ਉਹਨਾਂ ਦੀ ਕੋਈ ਸੁਣ ਰਹੀ ਨਹੀਂ ਰਿਹਾ ਜਾਂ ਉਹਨਾਂ ਦੇ ਮੰਗਾਂ ਦੇ ਉੱਤੇ ਕੋਈ ਗੌਰ ਨਹੀਂ ਕਰ ਰਿਹਾ ਤਾਂ ਫਿਰ ਗੱਡੀ ਚੱਲੇਗੀ ਕਿਵੇਂ? ਗੱਡੀ ਨਹੀਂ ਚੱਲ ਰਹੀ, ਇਸ ਕਰਕੇ ਧਰਨੇ ਪ੍ਰਦਰਸ਼ਨ ਰੇਲਵੇ ਟਰੈਕ ਤੇ ਵੀ ਨਜ਼ਰ ਆ ਰਹੇ ਨੇ। ਪ੍ਰਾਈਮ ਟਾਈਮ ਦੇ ਵਿੱਚ ਅੱਜ ਦੇ ਦਿਨ